ਹੁਣ ਅੰਦਰ ਫਿਰ ਨਾ ਇਹਦੇ ਵਾਸਤੇ ਸੁਣ ਲੈਣਾ ਅੰਦਰ ਉਹੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਨਾ ਮੈਂ ਪਿੱਛੋਂ ਕਿੰਨੀ ਕੁ ਗੱਲ ਸ਼ੁਰੂ ਅਸੀਂ ਦੱਸ ਦਿਓ ਨਹੀਂ ਫਿਰ ਪਲੀਜ਼ ਧਿਆਨ ਨਾਲ ਹੋਰ ਪਾਸੇ ਕੋਈ ਧਿਆਨ ਨਹੀਂ। ਸਾਰੇ ਕਲਾਸ 11 12 ਵਜੇ ਮੁੱਕਦੀ ਹੈ ਤੇ ਉਹ ਤੋਂ ਬਾਅਦ ਹੋਊਗੇ ਤਾਂ ਹੀ ਮੈਂ ਪਹਿਲਾਂ ਪੁੱਛਿਆ ਨਾ ਮੈਂ ਕਿੱਥੋਂ ਕੁ ਗੱਲ ਸ਼ੁਰੂ ਕਰਾਂ ਤੁਸੀਂ ਕੋਈ ਸੁਣ ਲਈ ਕਿ ਮੈਂ ਸਾਰੀ ਦੁਬਾਰਾ ਆਪਣੀ ਕੈਸਟ ਦੁਬਾਰਾ ਲਾਵਾਂਗੇ। ਸੋ ਦੇਖੋ ਆਪਾਂ ਨੇ ਪੰਜਾਬੀ ਇੱਕ ਤਾਂ ਪੜ੍ਹਾਉਂਦੇ ਆ, ਰਾਮ ਕੇਲਾ ਖਾਂਦਾ ਹੈ, ਸ਼ਾਮ ਸਾਈਕਲ ਚਲਾਉਂਦਾ, ਸਿੱਧਾ ਕੱਪੜੇ ਧੋਂਦੀ ਹੈ ਤੇ ਇਹ ਪੰਜਾਬੀ ਪੜ੍ਹਾਈ ਜਾਂ ਨਾ ਪੜ੍ਹਾਈ ਇੱਕੋ ਜਿਹੀ ਹੈ। ਪੰਜਾਬੀ ਇਦਾਂ ਦੀ ਹੋਵੇ ਕਿ ਸਾਡਾ ਬੱਚਾ ਗੁਰਬਾਣੀ ਸੁਣੇ, ਉਹਨੂੰ ਜੋ ਗੁਰੂ ਸਾਹਿਬ ਕਹਿ ਰਹੇ ਨੇ ਸਮਝ ਆ ਜਾਵੇ ਗੁਰੂ ਸਾਹਿਬ ਕਹਿ ਕੀ ਉਹਨੂੰ ਗੁਰਬਾਣੀ ਦੀ ਫਿਰ ਜਿਹੜੀ ਗੱਲ ਹੈ ਉਹਨੂੰ ਖੋਲ ਕੇ ਸਮਝਾਉਣ ਲਈ ਕੋਈ ਵਿਚੋਲੇ ਦੀ ਲੋੜ ਨਾ ਪਵੇ। ਉੱਦਾਂ ਦੀ ਪੰਜਾਬੀ ਤਾਂ ਆਪਾਂ ਪੜ੍ਹਾਉਂਦੇ ਨਹੀਂ ਹੈਗੇ ਹੈ ਨਾ, ਤੇ ਉੱਦਾਂ ਦੀ ਆਪਾਂ ਕਹਾਂਗੇ ਸਾਨੂੰ ਵੀ ਨਹੀਂ ਆਉਂਦੀ ਹੈ, ਪਰ ਆਪਾਂ ਨੂੰ ਆ ਜੂਗੀ ਅਕਸਰ ਸ਼ੁਰੂ ਕਰਨਾ ਪਊਗਾ। ਇੱਕ ਵਾਰ ਕੰਮ ਨਹੀਂ ਕੋਈ ਤਰ੍ਹਾਂ ਦੀ ਨਹੀਂ ਆਉਂਦੀ। ਸਾਡਾ ਇਤਿਹਾਸ ਹੈ ਕਿ ਜੋ ਅਸੀਂ ਕਹਿੰਦੇ ਹਾਂ ਵੀ ਆਪਾਂ ਸਾਰਿਆਂ ਨੇ ਸੁਣਿਆ ਹੋਣਾ ਵੀ ਪੰਜਾਬ ਬਹੁਤ ਵੱਡਾ ਰਾਜ ਸੀਗਾ, ਉੱਥੇ ਦਾ ਸਿੱਕਾ ਬੜਾ ਕੀਮਤੀ ਸੀਗਾ ਹੈ ਨਾ। 19ਵੀਂ ਸਦੀ ਵਿੱਚ ਅਸੀਂ ਦੁਨੀਆ 'ਤੇ ਰਾਜ ਕਰਦੇ ਸੀਗੇ ਤੇ ਯੂਰਪ ਤੋਂ ਵੀ ਸਾਡੀਆਂ ਵਧੀਆ ਜਿਹੜੀਆਂ ਡਿਫੈਂਸ, ਹੈਲਥ, ਐਜੂਕੇਸ਼ਨ, ਉਹਦਾ ਜਿਹੜਾ ਬੇਸਿਕ ਕਾਰਨ ਇਹ ਸੀਗਾ ਕਿ ਸਾਡੀ ਐਜੂਕੇਸ਼ਨ ਬਹੁਤ ਸਟਰੋਂਗ ਸੀ ਤੇ ਸਾਡੀ ਐਜੂਕੇਸ਼ਨ ਨੂੰ ਖਤਮ ਕਰਨ ਦੇ ਲਈ ਈਸਟ ਇੰਡੀਆ ਕੰਪਨੀ ਨੇ ਬਹੁਤ ਵੱਡਾ ਕੰਮ ਕੀਤਾ ਸੀ। ਉਹ ਡਾਕੂਮੈਂਟ ਕਰਦੇ ਨੇ ਕਿ ਸਾਨੂੰ 33 ਸਾਲ ਲੱਗ ਗਏ ਸਿੱਖਾਂ ਦੀ ਜ਼ੁਬਾਨ ਤੋਂ ਗੁਰਬਾਣੀ ਦੇ ਸ਼ਬਦ ਅਲੋਪ ਕਰਨ ਦੇ, ਤੇ ਆਪਾਂ ਨੂੰ ਵੀ ਹੁਣ ਇਹ 40 ਸਾਲ ਲੱਗਣਗੇ ਦੁਬਾਰਾ ਲੈ ਕੇ ਆਉਣਗੇ। ਡੋਂਟ ਐਕਸਪੈਕਟ ਐਨੀ ਓਵਰਨਾਈਟ ਸੋਲੂਸ਼ਨ ਔਰ ਕੁਇਕ ਸੋਲੂਸ਼ਨ। ਸਹਿਜੇ ਸਹਿਜੇ ਪਹਿਲਾਂ ਸਾਨੂੰ ਆਪ ਨੂੰ ਆਪਣੇ ਆਪ ਨੂੰ ਉਹਦੇ ਨਾਲ ਜਾਣ ਪਛਾਣ ਪੈਦਾ ਕਰਨੀ ਪਊਗੀ, ਫਿਰ ਬੱਚਿਆਂ ਨੂੰ ਫਿਰ ਸਹਿਜੇ ਸਹਿਜੇ ਚੇਤਨਾ ਪਊਗਾ। ਸੋ ਇਹ ਠੰਮੇ ਨਾਲ ਕੰਮ ਅਸੀਂ ਕਿਵੇਂ ਕਰਨਾ ਸ਼ੁਰੂ ਕਰਦੇ ਹਾਂ। ਇਹ 24 ਪੁਸਤਕਾਂ, ਠੀਕ ਹੈ ਜੀ। ਇਹ ਪਹਿਲੀ ਕਿਤਾਬ ਹੈ ਆਪਾਂ ਕਾਇਦਾ ਪੜ੍ਹਾਉਂਦੇ। ਇੱਕ ਤਾਂ ਦੇਖੋ ਇਹ ਕਿਤਾਬਾਂ ਨਾ ਟ੍ਰਾਈਲਿੰਗੁਅਲ ਨੇ, 3 ਭਾਸ਼ਾਵਾਂ ਨੇ। ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਤਾਂ ਉੱਥੋਂ ਸਹਾਰਾ ਲੈ ਕੇ ਪੰਜਾਬੀ ਵੱਲ ਨੂੰ ਵੱਧ ਸਕਦੇ ਹੋ, ਕਿਸੇ ਹਿੰਦੀ ਸਪੀਕਿੰਗ ਏਰੀਆ 'ਚ ਬੈਠੇ ਉੱਥੋਂ ਵੱਧ ਸਕਦੇ ਹੋ, ਠੀਕ ਹੈ। ਹਰ ਸ਼ਬਦ ਨੂੰ 6 ਵਾਰ ਲਿਖਿਆ ਹੈ ਕਿਉਂਕਿ ਹਰ ਸ਼ਬਦ ਦੀ ਤਿੰਨੋਂ ਭਾਸ਼ਾਵਾਂ 'ਚ ਪ੍ਰੋਨਾਂਸੀਏਸ਼ਨ, ਤਿੰਨਾਂ 'ਚ ਮੀਨਿੰਗ। ਇਹ ਨਹੀਂ ਕਿ ਤੁਹਾਨੂੰ ਹੁਣੇ ਪੜ੍ਹਾਉਣ ਲਈ ਕੋਈ ਕੋਸ਼ ਪੜ੍ਹਨਾ ਪਊ, ਡਿਕਸ਼ਨਰੀ ਪੜ੍ਹਨੀ ਪਊ, ਸਾਰਾ ਇੱਥੇ ਅਵੇਲੇਬਲ ਹੈ। ਹੁਣ ਊੜਾ ਔਰ ਆਪਾਂ ਨੂੰ ਕਿੰਨਿਆਂ ਨੂੰ ਪਤਾ ਊੜਾ ਔਰ ਹਿਰਦਾ ਨਹੀਂ ਨਾ ਪਤਾ, ਫਿਰ ਗੁਰੂ ਸਾਹਿਬ ਨੇ ਬਾਣੀ 'ਚ ਬਹੁਤ ਵਾਰੀ ਔਰ ਸ਼ਬਦ ਦੀ ਵਰਤੋਂ ਕਰਨੀ ਹੈ। ਹਰ ਕਾ ਨਾਮ ਰੱਖੋ ਔਰ ਧਾਰ ਨੇ ਹਿਰਦੇ 'ਚ ਵਸਾ ਕੇ ਰੱਖੋ। ਸਾਨੂੰ ਹੁਣ ਪਤਾ ਹੀ ਨਹੀਂ ਹਾਰਟ ਹੁੰਦਾ, ਉਂਦਰ ਚੂਹਾ ਹੁੰਦਾ, ਸਾਨੂੰ ਪਤਾ ਨਹੀਂ ਉਂਦਰ ਰੈਟ ਹੁੰਦਾ, ਆਸ ਘੋੜਾ ਹੁੰਦਾ, ਨਹੀਂ ਪਤਾ ਸਾਨੂੰ। ਸੱਸਾ ਸੂਆ ਤੋਤਾ ਹੁੰਦਾ, ਪਤਾ ਪਰ ਸੂਆ ਸਵਾਨ ਕੁੱਤਾ ਹੁੰਦਾ, ਇਹ ਕਿਤੇ ਸੁਣਿਆ ਹੋਊਗਾ। ਇੱਕ ਗੱਲ ਧਿਆਨ 'ਚ ਰੱਖੋ ਵੀ ਇਹ ਭਾਸ਼ਾਵਾਂ ਨੇ ਸ਼ਬਦਾਂ ਨੂੰ ਆਦਾਨ ਪ੍ਰਦਾਨ ਕਰਦੀਆਂ ਰਹਿੰਦੀਆਂ ਨੇ। ਇੰਗਲਿਸ਼ ਦੇ ਵੀ ਸਾਰੇ ਸ਼ਬਦ ਇੰਗਲਿਸ਼ ਦੇ ਆਪਣੇ ਨਹੀਂ ਹੁੰਦੇ, ਕੋਈ ਲੈਟਿਨ ਤੋਂ ਆਇਆ, ਕੋਈ ਗ੍ਰੀਕ ਤੋਂ ਆਇਆ। ਹੁਣ ਸਵਾਲ ਇਹ ਹੈਗਾ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ ਉਹ ਗੁਰਮੁਖੀ 'ਚ ਆ ਗਈ ਤੇ ਸਾਨੂੰ ਉਹਦਾ ਪਿਛੋਕੜ ਕੁਝ ਵੀ ਹੋਵੇ, ਠੀਕ ਹੈ ਨਾ। ਜੇ ਤੁਸੀਂ ਉਹਨੂੰ ਸੰਸਕ੍ਰਿਤ ਦਾ ਕਹਿ ਕੇ ਛੱਡੋਗੇ ਤਾਂ ਇਹ ਤੁਸੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਰਹੇ ਹੋ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਅਡਾਪਟ ਕਰ ਲਿਆ ਹੈ। ਹੁਣ ਦੇਖੋ ਜਦੋਂ ਅਸੀਂ ਕਹਿੰਦੇ ਹਾਂ ਸਕੂਲ, ਕੋਈ ਨਹੀਂ ਕਹਿੰਦਾ ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਕਹਿੰਦੇ ਡਾਕਟਰ, ਕੋਈ ਨਹੀਂ ਕਹਿੰਦਾ ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਕਹਿੰਦੇ ਇੰਜੀਨੀਅਰ, ਕੋਈ ਨਹੀਂ ਕਹਿੰਦਾ ਅੰਗਰੇਜ਼ੀ ਦਾ ਸ਼ਬਦ ਹੈ। ਇਹ ਕੀ ਹੋ ਗਿਆ? ਅੰਗਰੇਜ਼ੀ ਦਾ ਸ਼ਬਦ ਪੰਜਾਬੀ 'ਚ ਪੜ੍ਹਾਵਾਂਗੇ ਨਹੀਂ ਲੱਗਦਾ ਓਪਰਾ, ਹੈ ਨਾ। ਗੁਰਮੁਖੀ 'ਚ ਲਿਖਿਆ ਹੋਇਆ ਸ਼ਬਦ ਪੰਜਾਬੀ ਪੜ੍ਹਾਵਾਂਗੇ ਇਹ ਤਾਂ ਔਖਾ, ਇਹ ਤਾਂ ਬਾਹਰੋਂ। ਇਹ ਚੀਜ਼ ਸਾਨੂੰ ਕੱਢਣੀ ਪੈਣੀ ਹੈ ਵੀ ਜੋ ਗੁਰੂ ਸਾਹਿਬ ਨੇ ਲਿਖ ਦਿੱਤਾ, ਜੇ ਅਸੀਂ ਸਾਡੇ ਮਨੋਰਥ ਗੁਰੂ ਨਾਲ ਜੁੜਨਾ, ਆਪਣੀ ਪਰੀ ਨੂੰ ਗੁਰੂ ਨਾਲ ਜੋੜਨਾ ਹੀ ਹੈ ਤਾਂ ਸਾਨੂੰ ਮੰਨ ਕੇ ਲੱਗੂਗਾ ਅਸੀਂ ਉਹ ਸਾਰੀ ਵੋਕੈਬਲਰੀ ਬੱਚਿਆਂ ਨੂੰ ਪੜ੍ਹਾਉਣੀ ਹੈ, ਠੀਕ ਹੈ ਜੀ। ਅਸੀਂ ਨੈਗੇਟਿਵ ਨਹੀਂ ਕਹਿ ਰਹੇ ਸੀ। ਹਾਂ ਮੈਂ ਉਹੀ ਕਹਿ ਰਿਹਾ ਨਹੀਂ ਕਿ ਜੇ ਆਪਾਂ ਸੰਸਕ੍ਰਿਤ ਦੇ ਵਰਡ ਥੋੜੇ ਆਪਾਂ ਨੂੰ ਆਉਂਦੇ ਹੁੰਦੇ ਆ, ਜਿਵੇਂ ਮੈਂ ਪੜ੍ਹੀ ਆ ਸੰਸਕ੍ਰਿਤ ਪੜ੍ਹੀ, 10ਵੀਂ ਤੱਕ ਪੜ੍ਹੀ ਆ। ਜਦੋਂ ਆਪਾਂ ਸੰਸਕ੍ਰਿਤ ਪੜ੍ਹੀ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਨੀ ਸੌਖੀ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਹਿੰਦੀ ਤੇ ਸੰਸਕ੍ਰਿਤ ਲਿਖਿਆ ਨਹੀਂ, ਪਰ ਮੈਂ ਥੋੜਾ ਇੱਕ ਸਟੈਪ ਹੋਰ ਫਾਰਵਰਡ ਹੋ ਕੇ ਗੱਲ ਤਾਂ ਇਦਾਂ ਡਿਸਕਸ ਕੀਤੀ ਹੈ। ਜਦੋਂ ਤੁਸੀਂ ਉਹਨੂੰ ਬੱਚਿਆਂ ਨੂੰ ਪੜ੍ਹਾਓਗੇ ਨਾ, ਇਹ ਪੇਰੈਂਟਸ ਕਹਿਣਗੇ ਕੋਈ ਔਖੇ ਨੇ ਸੰਸਕ੍ਰਿਤ ਨੇ, ਯੂ ਮਸਟ ਬੀ ਵੈਲ ਪ੍ਰੀਪੇਅਰਡ ਨਾ, ਉਹਨਾਂ ਦਾ ਸਾਈਕੋਲੋਜੀ ਚੇਂਜ ਕਰਨ ਵਾਸਤੇ ਗੁਰੂ ਸਾਹਿਬ ਨੇ ਵਰਤੇ ਨੇ, ਸਾਨੂੰ ਆਉਣੇ ਚਾਹੀਦੇ ਤਾਂ ਹੀ ਗੁਰੂ ਦੀ ਗੱਲ ਅਸੀਂ ਸਮਝਾਂਗੇ ਨਾ। ਕੋਈ ਚਿਰ ਹਾਥੀ ਆਪਾਂ ਬਈ ਪੜ੍ਹਦੇ ਹਾਂ ਨਾ, ਇਦਾਂ ਹੀ ਤੁਸੀਂ ਸਮਝਿਓ ਮੇਰੀ ਗੱਲ। ਇਸੇ ਭਾਵਨਾ ਤੇ ਪੰਜਾਬੀ ਦਾ ਮੁੱਢਲਾ ਕਾਇਦਾ
ਇਹ ਅਸੀਂ ਗੁਰਬਾਣੀ ਦੇ ਵੋਕੈਬਲਰੀ ਨੂੰ ਬੱਚਿਆਂ ਨੂੰ ਊੜਾ ਆੜਾ ਪੜ੍ਹਾਉਂਦੇ ਸਿਖਾਉਂਦੇ। ਅਗਲੀ ਕਿਤਾਬ ਇਹ ਹੈ। ਆਪਾਂ ਹੁਣ ਲਿਖਣਾ ਕਿਵੇਂ ਹੈ, ਤੁਸੀਂ ਬਾਹਰ ਕਰਨਾ ਕਰ ਲਓ ਕੁਛ ਹੈ ਨਾ, ਕੋਈ ਬਾਹਰ ਤਾਂ ਨਹੀਂ ਉਸ ਬਾਰੇ ਗੁਰਮੁਖੀ ਆਪਾਂ ਨੇ ਬੱਚਿਆਂ ਨੂੰ ਲਿਖਣੀ ਕਿਵੇਂ ਸਿਖਾਉਣੀ, ਗੁਰਮੁਖੀ ਲਿਖਣੀ ਸਿਖਾਉਣ ਲੱਗਿਆ ਆਪਾਂ ਬੱਚਿਆਂ ਨੂੰ ਊੜਾ ਐੜਾ ਲਿਖਣਾ ਸਿਖਾਉਂਦੇ ਹਾਂ। ਕਈ ਵਾਰ ਆਪਾਂ ਬਹੁਤ ਵੱਡੀ ਵੱਡੀ ਖੁੱਲ੍ਹੀ ਲਾਈਨਾਂ 'ਚ ਲਿਖਾਉਂਦੇ ਹਾਂ, ਉੱਦਾਂ ਨਹੀਂ ਲਿਖਾਉਣਾ ਚਾਹੀਦਾ। ਕਿਉਂ ਕਰਾਂ, ਆਮ ਤੌਰ ਤੇ ਪੰਜਾਬੀ ਲੋਕ ਤਾਂ ਨਾ ਮੋਟੀ ਮੋਟੀ ਲਾਈਨ ਹੁੰਦੀਆਂ, ਵੱਡਾ ਸਾਰਾ ਊੜਾ ਪਾਉਂਦੇ ਆ, ਐੜਾ ਵੱਡਾ ਸਾਰਾ, ਕਿਉਂ ਨਹੀਂ ਹੋਣਾ ਚਾਹੀਦਾ ਉੱਥੇ? ਵੱਡਾ ਕਿਉਂ ਨਹੀਂ ਹੋਣਾ ਚਾਹੀਦਾ? ਸਿਖਾਉਣ ਲੱਗਿਆ ਦੇਖੋ ਹਰ ਲੈਂਗੁਏਜ ਦੇ ਇੱਕ ਅਸੂਲ ਜਨਰਲੀ ਭਾਸ਼ਾਵਾਂ 0.6 ਸੈਂਟੀਮੀਟਰ ਮੋਟੀ ਲਾਈਨ 'ਚ ਲਿਖੀਆਂ ਜਾਂਦੀਆਂ, ਕਿਉਂਕਿ ਰੂਟੀਨ ਜਦੋਂ ਆਪਾਂ ਅੱਖਰ ਲਿਖਣੇ ਇੰਨੀ ਕੁ ਮੋਟਾਈ 'ਚ ਜੇ ਵੱਡਾ ਸਾਰਾ ਲਿਖਾ ਦੇਵਾਂਗੇ ਮੁੜ ਕੇ ਛੋਟਾ ਲਿਖਣ ਨੂੰ ਕਹਾਂਗੇ ਪੈਂਦਾ ਨਹੀਂ, ਉਦਾਂ ਹੀ ਇੰਟਰਸਟ ਖਤਮ ਹੋ ਜਾਂਦਾ, ਜੇ ਅੱਖਰ ਦੀ ਬਣਤਰ ਹੀ ਨਹੀਂ ਬਣਦੀ। ਕਿਉਂਕਿ ਗੁਰੇ ਆਪਣੀ ਅੰਗਰੇਜ਼ੀ ਸਿਖਾਉਂਦੇ ਆ, 4 ਲਾਈਨਾਂ ਵਾਲੀ ਕਾਪੀ ਸਿਖਾਉਂਦੇ ਆ, 4 ਲਾਈਨਾਂ ਵਾਲੀ ਕਾਪੀ ਹੁੰਦੀ ਹੈ ਨਾ, ਤੇ ਪੰਜਾਬੀ ਨੂੰ 4 ਲਾਈਨਾਂ ਵਾਲੀ ਲੋੜ ਨਹੀਂ ਹੈ। ਕਿਉਂ ਨਹੀਂ ਲੋੜ? ਉੱਪਰ ਊੜਾ ਕਿੰਨਾ ਕੁ ਬਾਹਰ ਜਾਣਾ ਹੈ, ਥੱਲੇ ਔਂਕੜ ਕਿੰਨਾ ਕੁ ਥੱਲੇ ਜਾਣਾ ਹੈ, ਹੌੜੇ ਨੇ ਕਿੰਨਾ ਕੁ ਉੱਪਰ ਉੱਧਰ, ਸਾਨੂੰ ਵੱਲ ਲੋੜ ਹੈ, ਸੋਚਦੇ ਨਹੀਂ। ਸੋ ਇਹ 4 ਲਾਈਨਾਂ 'ਚ ਕਾਪੀ ਹੈ। ਪਹਿਲਾਂ ਪੰਜਾਬੀ ਲਿਖਣ ਤੋਂ ਪਹਿਲਾਂ ਆਪਾਂ ਘੁੰਡੀਆਂ ਲਾਈਨਾਂ ਕਿਵੇਂ ਮੋੜਨੀਆਂ ਉਹ ਸਿਖਾਈਆਂ। ਪੰਜਾਬੀ ਲਿਖਣੇ ਕੁਝ ਮੋਟੀਆਂ ਗਲਤੀਆਂ ਆਪਾਂ ਕਰਦੇ ਹਾਂ, ਐੜਾ ਪਾਉਂਦੇ ਹਾਂ, ਥੱਲੇ ਘੁੰਡੀ ਮੋੜਨ ਲੱਗਿਆ ਆਪਾਂ ਮੋਹੀ ਬਣਾ ਦਿੰਦੇ ਹਾਂ, ਨਹੀਂ ਹੈ ਪਰ ਆਪਾਂ ਸਾਰੇ ਬਣਾਉਂਦੇ ਹਾਂ। ਸੱਸੇ ਦੀ ਵੀ ਬਣਾਉਂਦੇ ਹਾਂ, ਉਹ ਵੀ ਨਹੀਂ ਹੈਗੀ। ਮੰਮੇ ਦੀ ਵੀ ਬਣਾਉਂਦੇ ਆ, ਉਹ ਵੀ ਨਹੀਂ। ਸਾਰੇ ਆਪਾਂ ਲਿਖਦੇ ਮੋੜ ਤੇ ਲੈਣਾ ਹੋਵੇ ਥੱਲੇ ਮੋਰੀ ਬਣਾਵਾ ਘੁੰਡੀ ਤੇ, ਉਹ ਨਹੀਂ ਕਰਦੇ, ਕੁਝ ਗਲਤੀਆਂ। ਉਸ ਤੋਂ ਬਾਅਦ ਹਰ ਲੈਟਰ ਨੂੰ ਆਪਾਂ ਨੇ ਕਿਵੇਂ ਸ਼ੁਰੂ ਕਰਨਾ ਹੈ, ਅੱਗੇ ਕਿਵੇਂ ਲੈਟਰ ਪੂਰਾ ਕਿਵੇਂ ਕਰਨਾ, ਠੀਕ ਹੈ। ਇਹ ਸਾਰੀ ਅੱਛਾ ਹਰ ਇੱਕ ਨਵਾਂ ਸ਼ਬਦ ਊੜਾ ਉਜਾਗਰੀ, ਆੜਾ ਅਜਗਰ, ਠੀਕ ਹੈ, ਕੱਕਾ ਖੰਡਾ, ਗੱਗਾ ਗਾਡਰ, ਤੁਹਾਨੂੰ ਪਤਾ ਗਾਡਰ ਭੇਡ ਹੁੰਦੀ ਹੈ। ਸੋ ਤੁਸੀਂ ਸਮਝ ਲਓ ਕਿਵੇਂ ਕਿਤਾਬ ਕੰਮ ਕਰਦੀ, ਅੱਖਰ ਲਿਖਣੇ ਕਿਵੇਂ ਨੇ ਤੇ ਹਰ ਇੱਕ ਲੈਟਰ ਦੇ ਉੱਤੇ ਇੱਕ ਨਵਾਂ ਸ਼ਬਦ ਆ ਗਿਆ ਜੀ। ਹੁਣ ਆ ਜੀ ਆਪਾਂ ਨੇ ਮਾਤਰਾਵਾਂ ਸਿਖਾਉਣੇ ਬੱਚੇ ਨੂੰ, ਮੁਕਤਾ ਕਰਨਾ ਸਿਖਾਉਣਾ ਜੀ, ਉਹ ਕਿਵੇਂ ਸਿਖਾਈਏ ਅਸੀਂ? ਕਗਰਾ ਘਰ, ਕੱਕਰਾ ਘਰ, ਆਪਾਂ ਗੱਗਾ ਪੱਗ, ਆੜਾ ਦੂਜਾ ਅੱਜ, ਬੱਕਰੀ, ਗੱਜ ਹਾਥੀ, ਸਲਲ ਪਾਣੀ, ਠੀਕ ਹੈ ਨਾ। ਦਰ ਬਲ ਬਨ ਸਦ ਚਾਨਣ, ਬੱਚਿਆਂ ਨੇ ਇੱਥੇ ਲਿਖਣਾ ਆ 3 ਅੱਖਰੀ ਸ਼ਬਦ, 4 ਅੱਖਰੀ ਸ਼ਬਦ। ਫਿਰ ਮਹਾਰਨੀ ਮੁਕਤਾ, ਊੜਾ ਮੁਕਤਾ ਨਹੀਂ ਹੁੰਦਾ, ਈੜੀ ਮੁਕਤਾ ਨਹੀਂ ਹੁੰਦੀ ਹੈ ਨਾ। ਇਹ ਪਹਿਲਾਂ ਆਪਾਂ ਮੁਕਤਾ ਮਹਾਰਨੀ ਤਾਂ ਨਹੀਂ ਕਦੀ ਪੜਾਉਂਦੇ, ਮਹਾਰਨੀ ਅਸੀਂ ਵੱਖਰੇ ਟਾਈਮ ਨਾਲ ਮਹਾਰਨੀ ਮੁਕਤੇ ਦੀ ਮਹਾਰਨੀ ਕੀ ਊੜਾ ਤੇ ਈੜੀ ਆਉਣਾ ਹੀ ਨਹੀਂ ਇਹਦੇ ਵਿੱਚ, ਠੀਕ ਹੈ। ਫਿਰ 2 ਅੱਖਰੀ 3 ਅੱਖਰੀ ਹੋਰ ਸ਼ਬਦਾਂ, ਫਿਰ ਅੱਗੇ ਸੈਂਟੈਂਸ ਦੇਣੇ ਆ। ਸੈਂਟੈਂਸ ਅਸੀਂ ਇੱਦਾਂ ਡਰਾਫਟ ਕੀਤੇ ਨੇ ਕਿ ਬੱਚੇ ਨੂੰ ਉਹ ਸੈਂਟੈਂਸ ਜੋ ਪੜ੍ਹਾ ਰਹੇ ਆ ਉਦੋਂ ਹੀ ਉਹਨੂੰ ਅਸੀਂ ਵੈਲਿਊਜ਼ ਗੁਰਮਤਿ ਦੀਆਂ ਡਿਲੀਟ ਕਰਾਈਏ। ਪਹਿਲਾ ਸੈਂਟੈਂਸ ਕੀ ਹੈ, ਇਹ ਸਭ ਤੋਂ ਪਹਿਲਾਂ ਸੈਂਟੈਂਸ ਉਹ ਆਪਾਂ ਨੇ ਸਮੱਸਿਆਵਾਂ ਨੇ ਸਮਾਜ ਦੀਆਂ ਵੱਡੀਆਂ, ਉਹਦਾ ਕਾਰਨ ਹੈ ਕਿ ਆਹ 2 ਅੱਖਰੀ ਨਹੀਂ ਹੈਗੇ ਕਿ ਨਹੀਂ। ਗੁਰਦੁਆਰੇ 'ਚ ਲੜਾਈਆਂ, ਘਰਾਂ 'ਚ ਲੜਾਈਆਂ, ਹਾਂ ਸਰ ਕਾਰਨ ਕੀ ਹੈ, ਆਹ ਨਹੀਂ ਹੈਗਾ। ਇਹ ਹੋਵੇ ਆਪਾਂ ਕਿਉਂ ਲੜੀਏ, ਹੈ ਨਾ, ਐਡੀ ਕਿਹੜੀ ਗੱਲ ਹੈ। ਪ੍ਰਧਾਨ ਕੌਣ ਬਣ ਗਿਆ ਨਹੀਂ ਉਹਨਾਂ ਫਰਕ ਕੀ ਪੈਣ ਲੱਗਿਆ, what does it mean, ਹੈ ਨਾ। ਮਤਲਬ ਆਪਾਂ ਅਸੀਂ ਤਾਂ ਇਹਦੇ ਵਿੱਚ ਸਿਰ ਪਾੜਨ ਨੂੰ ਜਾਂਦੇ ਹਾਂ, ਪਰਿਵਾਰ ਵੰਡ ਲੈਂਦੇ ਹਾਂ, ਸਮਾਜ ਵੰਡ ਲੈਂਦੇ ਹਾਂ। ਸੋ ਅਸੀਂ ਸੈਂਟੈਂਸ ਹੀ ਉੱਥੋਂ ਕਿ ਵੈਲਿਊ ਦੇ ਸੈਂਟੈਂਸ ਰੱਖੇ ਨੇ। ਮਰਕਟ ਫੜ, ਸਰਲ ਭਾਰਤਾ ਕਿਉਂ ਸ਼ਬਦ ਸਰਲ ਪਾਣੀ ਹੁੰਦਾ, ਮਰਕਟ ਬਾਂਦਰ ਹੁੰਦਾ ਹੈ ਨਾ। ਸਭ ਸਬਰਨ ਕਰ, ਹਰ ਦਮ ਭਜਨ ਕਰ, ਤਨ ਮਨ ਧਨ ਅਰਪਣ ਕਰ, ਜਨਮ ਸਫਲ ਕਰ। ਆਪਾਂ ਮੁਕਤਾ ਪੜ੍ਹਾ ਰਹੇ ਹਾਂ, ਮੁਕਤਾ ਪੜ੍ਹਾਉਂਦੇ ਅਸੀਂ ਗੁਰਮਤਿ ਦੇ ਕੰਸੈਪਟ ਪੜ੍ਹਾਤੇ। ਡਿਵਿਨਿਟੀ ਵਾਸਤੇ ਵੱਖਰਾ ਟੀਚਰ ਨਹੀਂ ਸਮਝ ਚਾਹੀਦਾ। ਅੱਗੋਂ ਆ ਗਿਆ ਤੁਹਾਡਾ ਕੁਐਸਚਨ ਪੇਪਰ ਆ ਗਿਆ, ਕੰਨਾ ਪੜਾਉਣਾ ਹੈ, ਭੱਬੇ ਨੂੰ ਕੰਨਾ ਨੰਨਾ ਭਾਨ, ਕਿੰਨੇ ਨੂੰ ਪਤਾ ਭਾਨ ਸੂਰਜ ਨੂੰ। ਆਪਾਂ ਪੜ੍ਹਦੇ ਨੇ ਜਾਪਸ ਪੜ੍ਹਦੇ ਨਾ, ਕੀ ਪੜ੍ਹਦੇ ਸਵੇਰੇ, ਨਮੋ ਭਾਨ ਭਾਨੇ ਪੜ੍ਹਦੇ ਨਾ, ਨਮੋ ਭਾਨ ਭਾਨੇ। ਕੀ ਹੁੰਦਾ ਭਾਨ, ਸੂਰਜ। ਵੀ ਸੂਰਜਾਂ ਦੇ ਸੂਰਜ ਨੂੰ ਗੁਰੂ ਪਿਤਾ ਕਹਿੰਦੇ ਮੇਰੀ ਨਮਸਕਾਰ ਹੈ। ਇਹ ਸ਼ਬਦ ਸਾਡੀ ਬਾਹਰ ਨਿਕਲ ਕੇ ਬਕਾਬੀ ਤੋਂ ਸਾਰੀ ਸਮੱਸਿਆ ਉੱਥੇ ਖੜੀ ਹੋ ਗਈ ਨਾ। ਸੋ 2 ਅੱਖਰੀ 3 ਅੱਖਰੀ 4 ਅੱਖਰੀ, ਫਿਰ ਉਹਦੀ ਮੁਕਤਾ ਉਹਦਾ ਕੰਨਾ ਮਹਾਰਨੀ ਆ ਗਈ। ਫਿਰ ਹੋਰ ਸ਼ਬਦ ਪ੍ਰੈਕਟਿਸ ਵਾਸਤੇ 2 3 4, ਫਿਰ ਸੈਂਟੈਂਸ ਖਾਣਾ ਖਾ, ਦਸਤਾਰ ਸਜਾ,
ਸ਼ਬਦ ਗਾ ਪਾਠ ਯਾਦ ਕਰ ਕਾਲ ਨਾ ਕਰ ਸਾਗਰ ਪਾਰ ਕਰ ਤਾਣ ਨਾਲ ਵਾਰ ਕਰ ਹਰਜਾਪ ਅਰਦਾਸ ਕਰ ਭਾਣਾ ਪ੍ਰਵਾਨ ਕਰ ਪ੍ਰਮਾਤਮਾ ਦਾ ਨਾਮ ਜਪ ਸਭ ਦਾ ਭਲਾ ਕਰ ਆਪਣਾ ਕਾਰਜ ਆਪ ਸਵਰ। ਮੈਂ ਤਾਂ ਕੰਨਾਂ ਪੜ੍ਹਾ ਰਿਹਾ, ਮੈਂ ਗੁਰਬਾਣੀ ਥੋੜ੍ਹਾ ਪੜ੍ਹਾ ਰਿਹਾ। ਸਾਰੀ ਗੁਰਬਾਣੀ ਦੇ Okay, this is the way we shall put up our case. ਹੈ ਨਾ? ਤੁਸੀਂ ਉਹਨੂੰ ਆਪਣੀ ਸਾਈਕੋਲੋਜੀ ਨੂੰ ਆਏ ਮੈਂਟ ਆਫ ਮਾਈਂਡ ਦਿਓ ਕਿ ਉਹਨੂੰ ਪਤਾ ਹੀ ਲੱਗੇ ਮੈਂ ਕੀ ਕਰਦਾ ਪਿਆ, ਹੈ ਨਾ, ਪਰ ਉਹਨੂੰ ਸਭ ਨੂੰ ਪਤਾ ਲੱਗ ਜਾਏ ਮੈਂ ਕੀ ਕਰਨਾ ਹੈ ਨਾ। ਸੋ ਇਸੇ ਤਰ੍ਹਾਂ ਹੀ ਇਹ ਅੱਗੇ ਸਿਹਾਰੀ, ਇਸੇ ਤਰ੍ਹਾਂ ਹੀ ਬਿਹਾਰੀ, ਹੈ ਨਾ। ਤੁਸੀਂ ਸਮਝ ਗਏ ਇਸ਼ਾਰਾ, ਹੈ ਨਾ, ਕਿ ਕਿਵੇਂ ਦੇਖੋ ਇਹਨਾਂ ਕਿਤਾਬਾਂ ਨੂੰ। ਫਿਰ ਮਹੀਨਾ ਦੇ ਦਿਨ, ਹਫ਼ਤੇ ਦੇ ਦਿਨ, ਰੁੱਤਾਂ, ਗਿਣਤੀ ਹੈ ਜੀ। ਫਿਰ ਆ ਸਰੀਰ ਦੇ ਅੰਗ ਤੇ ਜਾਨਵਰਾਂ ਦੇ ਪੰਛੀਆਂ ਦੀਆਂ ਆਵਾਜ਼ਾਂ, ਠੀਕ ਹੈ, ਮਾਂ ਬੱਚਾ ਬਿੱਲੀ ਬਲੂੰਗੜਾ ਗਊ ਬੱਚਾ ਹੈ ਜੀ। ਉਸ ਤੋਂ ਬਾਅਦ ਵਿਰੋਧੀ ਸ਼ਬਦ ਅੰਦਰ ਬਾਹਰ ਉੱਤੇ ਥੱਲੇ ਵੱਡਾ ਛੋਟਾ ਤੱਤਾ ਠੰਡਾ, ਹੈ ਨਾ, ਜੋ ਪੰਜਾਬੀ ਚ ਪੜਾਉਣਾ ਚਾਹੀਦਾ ਅੱਗੇ ਉਹਦਾ ਮਾਡਰਨ ਕੋਰਸ। ਇਸੇ ਪੈਟਰਨ ਦੇ ਇਹ 4 ਮਾਤਰਾਵਾਂ ਨੇ, ਮੁਕਤਾ, ਕੰਨਾ, ਸਿਹਾਰੀ, ਬਿਹਾਰੀ। ਬਾਕੀ ਔਂਕੜ, ਲੰਕੜ, ਲਾਵਾਂ, ਦਲਾਵਾਂ, ਹੋੜਾ ਕੋੜਾ, ਬਾਕੀ ਮਾਤਰਾਵਾਂ, ਟਿੱਪੀ ਨਾ, ਲਗ ਅੱਖਰ ਸਾਰੇ, ਬਿੰਦੀ, ਅਧਕ, ਪੈਰੀ ਦਰਾ, ਪੈਰੀ ਹਾਹਾ ਵਾਵਾ, ਇਸ ਕਿਤਾਬ ਵਿੱਚੋਂ ਸਾਰਾ ਉਸੇ ਪੈਟਰਨ ਤੇ ਆ ਜਾਂਦਾ। ਉਸ ਤੋਂ ਬਾਅਦ ਇਹ ਪੂਰਾ ਕਰਕੇ ਫਿਰ ਇਹ ਸਾਰੀਆਂ ਮਾਤਰਾਵਾਂ ਤੋਂ ਬਾਅਦ ਮਹਾਰਨੀ, ਫਿਰ ਇੱਕ ਛੋਟਾ ਜਿਹਾ ਐਸੇ ਮੇਰਾ ਸਕੂਲ ਦਾ ਜੀਵਨ ਦੇ ਰਹਿਣ ਦੇ ਥਾਂ, ਫਿਰ ਸਮਾਂ, ਸਰੀਰ, ਦੁਪਹਿਰ, ਸ਼ਾਮ, ਰਾਤ, ਘੜੀ ਕਿਵੇਂ ਪੜ੍ਹਨੀ ਹੈ, ਫਿਰ ਫਲ, ਸਬਜ਼ੀਆਂ, ਰੰਗ, ਫਿਰ ਬੁਝਾਰਤਾਂ। ਅੱਗੇ ਸਾਡੇ ਪਿੰਡਾਂ ਘਰਾਂ 'ਚ ਹੁੰਦਾ ਸੀ, ਸ਼ਹਿਰਾਂ 'ਚ ਵੀ ਹੁੰਦਾ ਸੀ ਨਾ, ਮਾਤਾਵਾਂ ਦਾਦੀਆਂ ਸ਼ਾਮ ਨੂੰ ਸੌਣ ਵੇਲੇ ਬੱਚਿਆਂ ਨੂੰ ਬੁਝਾਰਤਾਂ ਪਾਉਂਦੀਆਂ ਸੀ। ਹੁਣ ਨਹੀਂ ਪਤਾ ਕਿਸੇ ਨੂੰ, ਹੈ ਨਾ, ਮਾਂ ਜੰਮੀ ਨਹੀਂ ਪੁੱਤ ਕੋਠੇ ਟੱਪੇ, ਨਿੱਕਾ ਜਿਹਾ ਕਾਕਾ ਘਰ ਦਾ ਰਾਖਾ, ਹੈ ਨਾ, ਕਿਉਂਕਿ ਜਸਟ ਉਹਨਾਂ ਨੂੰ ਅਭਿਆਸ ਉਹਦੇ ਚੋਂ ਆ ਗਿਆ। ਫਿਰ ਆਪਾਂ ਜਿਹੜੇ ਚੈਪਟਰ ਪੰਜਾਬੀ ਦੇ ਦਿੰਦੇ ਹੈਗੇ ਉਹ ਵੀ ਅਸੀਂ ਇਤਿਹਾਸ ਵਿੱਚੋਂ, ਜਨੇਊ ਦੇ ਉੱਤੇ, ਸੱਚਾ ਸੌਦਾ ਉੱਤੇ, ਰੱਬ ਤੋਂ ਪਹਿਲਾਂ ਕੌਣ, ਪੀਰ ਭੀਖਣ ਸ਼ਾਹ, ਗੁਰੂ ਗੋਬਿੰਦ ਸਿੰਘ, ਸੋ ਸੋਨੇ ਦਾ ਕੰਗਣ, ਮਤਲਬ ਕਿ ਇਤਿਹਾਸ ਵਿੱਚੋਂ ਹੀ ਚੈਪਟਰ, ਤੇ ਹਰ ਚੈਪਟਰ ਦੇ ਮਗਰ ਕੁਐਸਚਨ ਆਨਸਰ ਨੇ। ਕਿਉਂਕਿ ਇਹ ਕੰਮ ਕੀ ਹੋਇਆ, ਪੰਜਾਬੀ ਪੜ੍ਹਾਉਂਦਿਆਂ ਆਪਾਂ ਉਹਨੂੰ ਆਪਣੀਆਂ ਵਿਰਸੇ ਨਾਲ, ਜੜ੍ਹਾਂ ਨਾਲ, ਗੁਰਬਾਣੀ ਨਾਲ ਜੋੜ ਲਿਆ। ਸਾਨੂੰ ਵੱਖਰੀ ਕਲਾਸ ਨਹੀਂ ਲੈਣੀ ਪਈ। ਸੋ ਇਸ ਤੋਂ ਬਿਨਾਂ ਬੜੀਆਂ ਕਿਤਾਬਾਂ ਨੇ। ਇਹ ਕਿਤਾਬ ਹੈ, ਇਹਦੇ 'ਚ ਹਰ ਲੈਟਰ ਤੇ 2-2 ਅੱਖਰਾਂ ਵਾਲੇ ਸ਼ਬਦ ਨੇ। ਆੜਾ, ਅੰਗ, ਆਰਾ, ਅਜੈ, ਅਬੈ, ਅਜੂ, ਆਦ, ਹੈ ਨਾ, ਇਹ 2-2 ਅੱਖਰਾਂ ਵਾਲੇ। ਸਾਧ, ਸੁੱਤ, ਸੇਵਾ, ਸੀਸ, ਸਾਈਂ, ਸਹਿਬ, ਹੰਗ, ਹੈ ਨਾ। ਉਹ ਬੱਚੇ ਨੇ ਲਿਖਣਾ ਹੈ ਕੜਾ, ਕੇਸ, ਕਾਲ, ਕੋਟ, ਕੂੜ, ਕੋਸ। ਇਹਦੇ ਨਾਲ ਕੀ ਹੋਊਗਾ, ਉਹਦੀ ਵੋਕੈਬਲਰੀ ਬਿਲਡ ਹੋ ਜਾਣੀ ਹੈ, ਉਹ ਗੁਰਬਾਣੀ ਨੂੰ ਸਮਝਣ ਦੀ ਸਮਰੱਥਾ ਹਾਸਲ। ਅਗਲੀ ਕਿਤਾਬ ਹੈ, ਇਹਦੇ 'ਚ 3 ਤੇ 4 ਅੱਖਰਾਂ ਵਾਲੇ ਸ਼ਬਦ ਨੇ। ਕੱਕਾ ਖੁੱਲਿਆ, ਕਰਤਾ, ਕੀਰਤ, ਕੁਟੰਬ, ਕਮ, ਜਾਤ, ਕੁਰਬਾਨੀ, ਹੈ ਨਾ, ਹੁਕਮ, ਹੁਸਨ, ਹਰਤਾ, ਹਸਮੁਖ, ਹਮੇਸੁਲ। ਸਾਰਿਆਂ ਦੇ ਮੀਨਿੰਗ ਇੰਗਲਿਸ਼, ਪੰਜਾਬੀ, ਹਿੰਦੀ, ਤਿੰਨੋਂ ਭਾਸ਼ਾਵਾਂ 'ਚ ਨੇ। ਠੀਕ ਹੋ ਗਿਆ। ਇਹ ਸਾਡਾ ਪਹਿਲਾ ਬੇਸਿਕ ਹੈ। ਜਿੰਨਾ ਤੁਸੀਂ ਸਕੂਲਾਂ 'ਚ ਪੰਜਾਬੀ ਪੜ੍ਹਾਉਂਦੇ ਹੋ ਉਹ ਇੰਨਾ ਕੰਪੋਨੈਂਟ ਹੁੰਦਾ। ਮੈਂ ਦੇਖਿਆ ਯੂਐਸ ਜੋ ਸਕੂਲ ਸ਼ਾਇਦ ਤੁਸੀਂ ਇੰਨਾ ਕਰਵਾਉਂਦੇ ਹੋ, ਉਹ ਇਹਦੇ 'ਚ ਕੰਪਲੀਟ ਹੋ ਜਾਂਦਾ। ਉਸ ਤੋਂ ਬਾਅਦ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਪਹਿਲਾਂ ਮੈਂ ਤੁਹਾਨੂੰ ਪੰਜਾਬੀ ਦੀਆਂ ਸੁਲੇਖ ਮਾਲਾਵਾਂ ਦਿਖਾ ਦਵਾਂ। ਇਹ 4 ਕਿਤਾਬਾਂ ਨੇ, ਇਹਦਾ ਨਾਮ ਹੈ ਸੁਲੇਖ ਮਾਲਾ। ਤੇ ਇਹਨਾਂ ਕਿਤਾਬਾਂ ਦਾ ਆਬਜੈਕਟਿਵ ਇਹ ਹੈ, ਜਦੋਂ ਪੰਜਾਬੀ ਲਿਖ ਲਈ ਬੱਚੇ ਨੂੰ ਉਸ ਨੂੰ ਪ੍ਰੈਕਟਿਸ ਕਰਾਉਣੀ ਹੈ ਪੰਜਾਬੀ ਦੀ, ਹੈ ਨਾ, ਲਿਖਾ ਕੇ। ਤੇ ਅਸੀਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਦਾ ਹੈ। 4 ਕਿਤਾਬਾਂ ਨੇ, ਚਾਰੇ ਕਿਤਾਬਾਂ ਦੇ ਵਿੱਚ 30 ਚੈਪਟਰ ਨੇ, ਟੋਟਲ 120 ਚੈਪਟਰ ਨੇ। ਹਰ ਚੈਪਟਰ ਦੇ ਟਾਈਟਲ 'ਚ ਆਉਂਦਾ ਇਹ ਸਮੇਂ, ਇਹ ਸਮੇਂ, ਇਹ ਸਮੇਂ, ਇਹ ਸਮੇਂ, ਇਹ ਸਮੇਂ, ਇਹ ਸਮੇਂ, ਮਤਲਬ ਕਿ ਵੱਖ-ਵੱਖ ਸਮੇਂ, 120 ਸਮੇਂ। ਤੇ ਉਹ ਸਮੇਂ ਸੀ ਕਿਹੜੇ ਚੁਣੇ ਆ, ਜਿਹੜੇ ਸਮੇਂ ਬੱਚੇ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰੋਜ਼ ਘਟਦੇ ਆ, ਆਪਣੇ ਵੀ ਘਟਦੇ ਆ, ਵੀ ਉਸ ਵੇਲੇ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ। ਸ਼ੁਰੂ ਕਿੱਥੋਂ ਹੁੰਦਾ, ਸਵੇਰੇ ਉੱਠਣ ਸਮੇਂ, ਫਿਰ ਖਾਣਾ ਖਾਣ ਸਮੇਂ, ਪਾਣੀ ਪੀਣ ਸਮੇਂ, ਇਸ਼ਨਾਨ ਸਮੇਂ, ਘਰ ਤੋਂ ਬਾਹਰ ਜਾਣ ਸਮੇਂ, ਮਿੱਤਰ ਬਣਾਉਣ ਸਮੇਂ, ਬਹੁਤਾ ਖਾਣ ਦਾ ਮਨ ਕਰਨ ਸਮੇਂ, ਦੁੱਖ ਤਕਲੀਫ ਸਮੇਂ, ਵਿਆਹ ਸਮੇਂ, ਮਰਨ ਸਮੇਂ, ਧੋਖਾ ਹੋ ਜਾਣ ਦੇ ਡਰ ਸਮੇਂ, ਧੋਖਾ ਹੋ ਜਾਣ ਸਮੇਂ, ਨਿੰਦਿਆ ਸਮੇਂ, ਉਸਤਤ ਸਮੇਂ। ਕਿ ਜਿਹੜੇ ਸਮੇਂ ਵੀ ਗੁਰਬਾਣੀ ਕੀ ਹੈ, ਗੁਰਬਾਣੀ ਤੁਹਾਡੀ ਸਾਈਕੋਲੋਜੀ ਨੂੰ ਇਹਨਾਂ ਸਮਿਆਂ 'ਚ ਇੱਕ ਡਾਇਰੈਕਸ਼ਨ ਦੇਣ ਦਾ ਸਾਧਨ ਹੈ। ਤੁਸੀਂ ਬੋਲਣਾ ਕਿਵੇਂ ਹੈ, ਤੁਸੀਂ ਦੇਖਣਾ ਕਿਵੇਂ ਹੈ, ਫਿਰ ਖਾਣਾ ਕਿਵੇਂ ਹੈ, ਸੋਚਣਾ ਕਿਵੇਂ ਹੈ ਨਾ, ਆਪਣੇ ਫਰੈਂਡਸ ਨੂੰ
ਕਿਵੇਂ ਚੁਣਨਾ ਹੈ, ਫਰੈਂਡਸ ਨਾਲ ਵਰਤਣਾ ਕਿਵੇਂ ਹੈ, ਇਹ ਸਭ ਕੁਝ ਗੁਰਬਾਣੀ ਸਿਖਾਉਂਦੀ ਹੈ। ਗੁਰਬਾਣੀ ਇਜ਼ ਮੈਂਟ ਫॉर ਲਿਵਿੰਗ, ਕਿਤਾਬਾਂ ਦਾ ਨਾਮ ਵੀ ਹੈ ਜੀਵੀਏ ਗੁਰਬਾਣੀ ਦਾ, ਠੀਕ ਹੈ। ਉਸ ਸਮੇਂ ਗੁਰਬਾਣੀ ਦੀ ਇੱਕ ਪੰਕਤੀ ਦਿੱਤੀ ਹੈ, ਉਹਦੇ ਬੱਚਿਆਂ ਲਈ ਆਹੀ ਚੈਪਟਰ ਹੈ ਖੁੱਲ੍ਹਿਆ ਹੋਇਆ ਹੈ ਸਵੇਰੇ ਉੱਠਣ ਸਮੇਂ, ਹੈ ਨਾ। ਹੁਣ ਆਪਾਂ ਦੇਖੀਏ ਵੀ ਇੱਕ ਆਪਾਂ ਜਸਟ ਮੁਲਾਂਕਣ ਕਰੀਏ ਆਪਣੇ ਘਰਾਂ ਦੇ, ਕਰੀਏ ਵੀ ਸਾਡੇ ਘਰਾਂ 'ਚ ਕਿੰਨੇ ਕੁ ਬੱਚੇ ਨੇ ਜਾਂ ਅਸੀਂ ਆ, ਅਸੀਂ ਉੱਠਦੇ ਸਾਰ ਚੌਂਕੜਾ ਮਾਰ ਕੇ ਪਰਮੇਸ਼ਰ 'ਚ ਧਿਆਨ ਜੋੜ ਕੇ ਕੁਝ ਮੰਗਦੇ ਹਾਂ। ਕੀ ਮੰਗਦੇ ਹਾਂ? ਕਿ ਇਹ ਮੰਗਦੇ ਹਾਂ ਕਿ ਇਹ ਵਾਹਿਗੁਰੂ ਜੀ ਦਿਨ ਚੜ੍ਹਿਆ ਤੇ ਤੇਰੀ ਯਾਦ ਮੇਰੇ ਚਿੱਤ 'ਚ ਬਣੀ ਰਹੇ। ਕੀ ਆਪਾਂ ਮੰਗਦੇ ਹਾਂ ਕਿ ਸਾਡੇ ਬੱਚੇ ਮੰਗਦੇ, ਕਿ ਸਾਨੂੰ ਇਹ ਚੀਜ਼ ਮੰਗਣ ਵਾਲੀ ਲੱਗਦੀ ਹੈ ਕਿ ਦਿਸ ਇਜ਼ ਸਮਥਿੰਗ ਇੰਪੋਰਟੈਂਟ ਦੈਟ ਵੀ ਮਸਟ ਕੰਸੀਡਰ, ਹੈ ਨਾ। ਕਦੀ ਇੱਦਾਂ ਲੱਗਦਾ ਇਹ ਲੈਸਨ ਇਹ ਸਿੱਖਿਆ ਦਿੰਦਾ ਵੀ ਬੈਠਤ ਉੱਠਤ ਸੋਵਤ ਜਾਗਤ, ਵਿਸਰ ਨਹੀਂ ਤੋਂ ਸਾਥ। ਉੱਠਦਿਆਂ ਸਾਰ ਬੱਚਾ ਇਹ ਕਰੇ, ਅਸੀਂ ਵੀ ਕਰੀਏ। ਫਿਰ ਇਸ਼ਨਾਨ ਕਰਨ ਸਮੇਂ ਉਦਮ ਕਰੇ ਭਲ ਕੇ ਪ੍ਰਭਾਤੀ, ਹੈ ਨਾ। ਜੋ ਇਸ਼ਨਾਨ ਕਰਦੇ ਨੂੰ ਪਤਾ ਹੋਵੇ ਭਲਕਾ ਹੀ ਹੈ ਕਿ ਆਪਾਂ ਸੂਰਜ ਜਿਹੜੇ ਤੋਂ ਉੱਠਦੇ ਹਾਂ ਨਾ, ਤੇ ਆਪਣੇ ਚਿਹਰੇ ਦੀ ਸੁੰਦਰਤਾ ਤੱਕਣ ਸਮੇਂ ਹਰ ਬੰਦਾ ਸੋਹਣਾ ਬਣਦਾ, ਸ਼ੀਸ਼ੇ ਮੂਹਰੇ ਖੜਦਾ, ਮੇਕਅਪ ਕਰਦਾ। ਇਹ ਨਹੀਂ ਕਿ ਮੇਕਅਪ ਨਹੀਂ ਕਰਨਾ ਜਾਂ ਸੋਹਣੇ ਨਹੀਂ ਬਣਨਾ, ਪਰ ਇੱਕ ਗੱਲ ਚੇਤੇ ਰੱਖਣੀ ਹੈ ਕਿ ਜੋ ਮਰਜ਼ੀ ਕਰੀ ਚਲੋ ਤੁਸੀਂ, ਸੋਹਣੇ ਤਾਂ ਮੇਕਅਪ ਨਾਲ ਨਹੀਂ ਬਣਿਆ ਜਾਣਾ, ਹੈ ਨਾ। ਸੋਹਣੇ ਕਿਵੇਂ ਬਣਿਆ ਜਾਣਾ? ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਦਾ ਹੈ। ਬਾਬਾ ਜੀ ਕਹਿੰਦੇ ਨੇ ਵੀ ਇਹ ਸੋਹਣੇ ਬਣਨ ਦਾ ਚਾਅ ਹੈ ਤਾਂ ਫਿਰ ਐਂ ਬਣਨਾ ਪਊਗਾ। ਜਿਹੜੇ ਸਾਧ ਜਨਾਂ ਦੀ ਸੰਗਤ ਵਿੱਚ, ਜਿਨ੍ਹਾਂ ਨੇ ਆਪਣਾ ਜੀਵਨ ਸਾਧ ਲਿਆ, ਵਿਕਾਰਾਂ ਤੋਂ ਪਾਸੇ ਕਰ ਲਿਆ, ਉਹਨਾਂ ਦੀ ਸੰਗਤ 'ਚ ਬਹਿ ਕੇ ਹੀ ਅਸੀਂ ਸੋਹਣੇ ਬਣ ਸਕਦੇ। ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਸਮੇਂ ਆਪਾਂ ਪਹਿਲਾਂ ਇਹ ਕਰਦੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਮਿਲਦੇ ਆਪਾਂ ਕਦੋਂ ਆ? ਇਹ ਆਪਣੇ ਕਲਚਰ ਹੀ ਨਹੀਂ ਹੈਗਾ। ਬੱਚਿਆਂ ਨੂੰ ਕਹੀਏ ਚਲੋ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਕੇ ਆਈਏ, ਆਪਾਂ ਇਹਨਾਂ ਕਹਿੰਦੇ ਇੱਦਾਂ ਫਰੈਂਡ ਨੂੰ ਮਿਲਣ ਨੂੰ ਕਹਿੰਦੇ ਆ, ਹੈ ਨਾ। ਪਰ ਇਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਗੁਰਦੁਆਰੇ ਜਾਣਾ ਇੱਦਾਂ ਦੀ ਮੁਕਾਬਲੇ ਆਓ ਗੁਰੂ ਸਾਹਿਬ ਨੂੰ ਮਿਲ ਕੇ ਆਈਏ। ਤੇ ਮਿਲਣਾ ਕਿਵੇਂ ਹੈ? ਗੁਰ ਮਿਲ ਚੱਜ ਅਚਾਰ, ਹੈ ਨਾ। ਸਿੱਖ ਖਾਣਾ ਖਾਣ ਸਮੇਂ ਸੋ ਇੱਦਾਂ ਸੋ ਹੁਣ ਗੁਰਬਾਣੀ ਦੀਆਂ ਪੰਕਤੀਆਂ ਇਸ ਮਿਲਣਗੀਆਂ ਤੁਹਾਨੂੰ, ਆ ਦੇਖੋ, ਠੀਕ ਹੈ। ਨਾਮ ਜਪਣ ਦਾ ਮਨ ਨਾ ਕਰਨ ਸਮੇਂ, ਜੋ ਬੱਚਿਆਂ ਦੇ ਮਨ 'ਚ ਹੁੰਦਾ ਵੀ ਨਾਮ ਕੱਲ੍ਹ ਹੀ ਜਪਣਾ ਇਹਨਾਂ ਕੀ ਹੋਣਾ, ਸੋ ਉਹ ਪੰਕਤੀਆਂ ਉਹਦੀ ਬੱਚਾ ਇਹ ਰਾਈਟਿੰਗ ਕਰਨੀ ਹੈ ਇਸ ਵੇਖ ਮਾਰਾ ਵਾਲੀ, ਠੀਕ ਹੈ। 4 ਕਿਤਾਬਾਂ ਨੇ। ਅਸੀਂ ਬਹੁਤ ਸਾਰੇ ਸਾਇੰਸ ਦੇ ਕਨਸੈਪਟ ਵਿੱਚ ਖੋਲ੍ਹੇ, ਅੰਦਰ ਚੈਪਟਰ ਆਊਗਾ ਕਿ ਸ੍ਰਿਸ਼ਟੀ ਦੀ ਉਤਪਤੀ ਦਾ ਭੇਦ ਸਮਝਣ ਸਮੇਂ। ਹੁਣ ਸਾਇੰਸ ਦੱਸਦੀ ਹੈ ਕਿ ਧਮਾਕਾ ਹੋਇਆ, ਗੈਸਾਂ ਖਿਲਰ ਗਈਆਂ, ਕੁਝ ਗੈਸਾਂ ਇਕੱਠੀਆਂ ਹੋ ਕੇ ਪਾਣੀ ਬਣ ਗਿਆ, ਪਾਣੀ 'ਚੋਂ ਜੀਵਨ ਪੈਦਾ ਹੋ ਗਿਆ, ਫਿਰ ਐਵੋਲੂਸ਼ਨ ਹੋ ਗਿਆ। ਬਿਗ ਬੈਂਗ ਥਿਊਰੀ ਕਹਿੰਦੀ ਹੈ। Several gases escape in the atmosphere, particular gases condense to vapor, vapor liquefy to water, है ना। The actual precursor of the whole creation is the unicellular body amoeba, right in water, ठीक है ना। ये साइंस पढ़ाਉਂਦੀ ਹੈ। ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਗੱਲ ਦੱਸੀ ਹੋਈ ਹੈ, ਸਾਚੇ ਤੇ ਪਵਣਾ ਪਿਆ, ਅਕਾਲ ਪੁਰਖ ਨੇ ਹਵਾ ਪੈਦਾ ਕੀਤੀ, ਪਵਣੇ ਤੇ ਜਲ ਹੋਏ। ਇਹ ਤਾਂ ਗੱਲ 15ਵੀਂ ਸਦੀ 'ਚ ਲਿਖਤੀ ਸੀ, ਹਵਾ ਤੋਂ ਪਾਣੀ ਬਣਿਆ ਹੈ। ਜਲ ਤੇ ਤ੍ਰੈ ਪਵਨ ਸਾਜਿਆ, ਸਾਰੀ ਸ੍ਰਿਸ਼ਟੀ ਪਾਣੀ ਤੋਂ ਹੀ ਅੱਗੇ ਵਧੀ, ਘਟ ਘਟ ਜੋਤ ਸਮੋਈ, ਸਾਰੇ ਪਰਮੇਸ਼ਰ ਦੀ ਜੋਤ ਵਸਦੀ ਹੈ। ਕਿ ਇਹ ਕਿੱਡੇ ਵੱਡੇ ਸਾਇੰਟੀਫਿਕ ਫੈਕਟਸ ਨੇ ਜਿਹੜੇ ਕਿ ਵਿਗਿਆਨੀਆਂ ਨੂੰ 18ਵੀਂ ਸਦੀ 'ਚ ਪਤਾ ਲੱਗਣੇ ਸ਼ੁਰੂ ਹੋਏ। ਉਹਦੀਆਂ ਬਹੁਤ ਸਾਰੀਆਂ ਗੱਲਾਂ ਨੇ। ਇਹ ਤੀਸਰੀ ਕਿਤਾਬ ਹੈ, ਜਿਹਦੇ ਵਿੱਚ ਨਵੇਂ ਚੈਪਟਰ ਨੇ, ਹੈ ਨਾ। ਉਸੇ ਪੈਟਰਨ ਦੇ ਉੱਤੇ ਹੀ ਜੋ ਆਪਾਂ ਗੱਲਾਂ ਕਰਦੇ ਹਾਂ, ਸੁੰਦਰ ਘਰ ਦੇ ਸੁੱਖ ਮਾਣਨ ਸਮੇਂ, ਮੋਲੇ ਧਾਰ ਵਰਖਾ ਦੇ ਨਜ਼ਾਰੇ ਦੇਖਣ ਸਮੇਂ, ਕਿ ਜੋ ਬੱਚੇ ਦੇਖਦੇ ਇੰਜੋਏ ਕਰਦੇ, ਉਸ ਵੇਲੇ ਤੁਹਾਡਾ ਦਿਮਾਗ ਕਿੱਥੇ ਹੋਏ। ਆਹੀ ਚੈਪਟਰ ਪੜ੍ਹਦੇ ਕੀ ਕਹਿੰਦਾ? ਕਹਿੰਦਾ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ। ਜਿਹੜੇ ਮੀਂਹ ਵਸ ਰਹੇ ਆ ਨਾ, ਇਹ ਪਰਮਾਤਮਾ ਦੇ ਹੁਕਮ 'ਚ ਵਸਦਾ ਹੈ। ਤੇ ਰਿਜਕੋ ਪਾਇਨ ਅਗਲਾ, ਇਹਦੇ ਨਾਲ ਹੁਣ ਅਨਾਜ ਪੈਦਾ ਹੋਵੇਗਾ, ਹੈ ਨਾ। ਤੇ ਸਾਰੇ ਸੰਸਾਰ ਨੂੰ ਠੰਡ ਸੰਸਾਰ। ਅੱਛਾ, ਇਹ ਵੀ ਗੁਰਬਾਣੀ ਦਾ ਇੱਕ ਕਨਸੈਪਟ ਹੈਗਾ ਬਹੁਤ ਵੱਡਾ। ਲੋਕ ਸਮਝਦੇ ਸੀਗੇ ਜਦੋਂ ਤੱਕ ਗਲੀਲੀਓ ਨੇ 18ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਟੈਲੀਸਕੋਪ ਨਹੀਂ ਬਣਾ ਲਈ, ਕਿ ਲੋਕੀ ਐਂ ਸਮਝਦੇ ਸੀ ਇੱਕ ਸੂਰਜ ਹੈ, ਇੱਕ ਚੰਦਰਮਾ, ਉਹ ਵੀ ਚਮਕਦਾ, ਦੋਨੋਂ ਦੀਵੇ ਨੇ, ਹੈ ਨਾ। ਤੇ ਗਲੀਲੀਓ ਨੇ ਦੱਸਿਆ ਟੈਲੀਸਕੋਪ ਬਣਾ ਕੇ ਵੀ ਚੰਦਰਮਾ ਦੀ ਆਪਣੀ ਲਾਈਟ ਕੋਈ ਨਹੀਂ, ਤਾਂ ਜਿਹੜਾ ਪੱਥਰ ਹੈ ਇਹ ਚਮਕ ਰਿਹਾ। ਪਰ ਇਹ ਗੱਲ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੱਸ ਦਿੱਤੀ ਸੀ। ਚੰਦ ਸੂਰਜ ਦੋ ਦੀਪਕਾਂ, ਲੋਕ ਸਮਝਦੇ ਨੇ ਚੰਦਰਮਾ ਤੇ ਸੂਰਜ ਦੋ ਦੀਵੇ ਨੇ, ਪਰ ਅਸਲ ਵਿੱਚ ਚੰਦਰਮਾ ਸੱਸ ਨੂੰ ਕਹਿੰਦੇ, ਚੰਦਰਮਾ ਸੱਸ ਘਰ, ਚੰਦਰਮਾ ਦੇ ਘਰ ਵਿੱਚ ਸੂਰਜ ਸਮਾਏਗਾ। The moon has no light of its own, it just reflects with the light of sun. The fact was revealed by Nanak, but Shri Guru Nanak Dev. So ਇਹ ਗੱਲਾਂ ਅਸੀਂ ਅੰਦਰ ਚੈਪਟਰ ਹੋਗਾ ਵੀ ਚੰਦਰਮਾ ਦੀ ਰੋਸ਼ਨੀ ਦਾ ਗਿਆਨ ਹਾਸਲ ਕਰਾਂਗੇ,
ਸੋ ਇਹ ਵੀ ਇਦਾਂ ਅਸੀਂ ਸਹਿਜੇ ਸਹਿਜੇ ਬੱਚਿਆਂ ਨੂੰ ਉਹ ਸਾਰਾ ਕੁਝ ਜੋ ਆਲੇ ਦੁਆਲੇ ਹੋ ਰਿਹਾ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਸਮੇਂ ਮਿੱਠੀਆਂ ਵਸਤਾਂ ਦਾ ਸਵਾਦ ਮਾਣਨ ਸਮੇਂ ਬੱਚੇ ਮਿੱਠੀਆਂ ਚੀਜ਼ਾਂ ਖਾਂਦੇ ਆ ਨਾ ਕਿ ਜਸਟ ਬੱਚਿਆਂ ਦੇ ਇੰਟਰਸਟ ਦੇ ਟੋਪਿਕ ਕੋਲੋਂ ਕਿੰਨੇ ਹੁੰਦਾ ਨਾ ਸਰਾਧ ਆਦਤ ਦੇ ਭਰਮ ਮਨ ਕੱਢਣ ਸਮੇਂ ਮਨ ਨੂੰ ਮਾਇਆ ਦੇ ਮੋਹ ਵਿੱਚ ਨਿਕਲਣ ਦੀ ਪ੍ਰੇਰਨਾ ਕਰਨ ਸਮੇਂ ਹਾਂਜੀ ਆਹ ਚੈਪਟਰ ਚੰਦਰਮਾ ਦੀ ਰੋਸ਼ਨੀ ਬਾਰੇ ਗਿਆਨ ਹਾਸਲ ਕਰਨ ਸਮੇਂ ਰੋਗਾਂ ਦਾ ਇਲਾਜ ਕਰਦੇ ਸਮੇਂ ਸੋ ਵੀ ਇਸ ਢੰਗ ਨਾਲ ਅਸੀਂ ਬੱਚਿਆਂ ਨੂੰ ਪੰਜਾਬੀ ਦੀ ਲਿਖਾਈ ਗੁਰਬਾਣੀ ਨੂੰ ਲਿਖਾ ਕੇ ਉਹਨਾਂ ਦਾ ਅਭਿਆਸ ਕਰਵਾ ਰਿਹਾ ਹੁਣ ਕਿਤਾਬਾਂ ਨੇ ਕੁਛ ਜਿਹੜੀਆਂ ਬਹੁਤ ਛੋਟੇ ਬੱਚਿਆਂ ਨੂੰ ਡਰਾਇੰਗ ਦੀਆਂ ਕਿਤਾਬਾਂ ਨੇ ਜਸਟ ਆਪਾਂ ਨੂੰ ਕਿਸੇ ਕੰਮ 'ਚ ਬਿਜ਼ੀ ਕਰਨਾ ਹੁੰਦਾ ਹੈ ਨਾ ਕਿ ਅਸੀਂ 13 ਤਰ੍ਹਾਂ ਦੇ ਆਰਟ ਯੂਜ਼ ਕੀਤੇ ਨੇ ਜੀ ਸਤਰੰਗੀ ਪੇਂਟ ਆ ਗਈ ਪਹਿਲਾਂ ਹੈ ਨਾ ਤਾਂ ਲਿਖਿਆ ਹੋਇਆ ਕਿ ਰੰਗ ਭਰਨੇ ਯੂਜ਼ ਸਕੈਚ ਪੈਨ ਹੈ ਨਾ ਯੂਜ਼ ਵਾਟਰ ਕਲਰਸ ਯੂਜ਼ ਅਕ੍ਰੈਲਿਕ ਕਲਰਸ ਆ ਫਿਨਿਸ਼ ਕਰਾ ਹੈਗਾ ਅਸੀਂ ਆਪਣੇ ਵਿਰਸੇ ਨੂੰ ਦੇਣ ਦਾ ਨਿਸ਼ਾਨ ਸਾਹਿਬ ਆ ਗਿਆ ਕਿਰਪਾਨ ਆ ਗਿਆ ਕੜਾ ਆ ਗਿਆ ਕੰਗਾ ਆ ਗਿਆ ਬਾਟਾ ਆ ਗਿਆ ਛੰਨਾ ਆ ਗਿਆ ਦੁਮਾਲਾ ਆ ਗਿਆ ਦਸਤਾਰ ਆ ਗਈ ਸਮਝ ਗਏ ਹੋ ਨਾ ਤੇ ਯਤਨ ਕੀਤਾ ਵੀ ਜਿਹੜਾ ਆਪਾਂ ਕੀਤੀ ਆ ਕਿ ਉਹ ਹੈਗੀ ਹੈ ਵਰਕਸ਼ੀਟ ਨਾ ਮਾਰਚ ਸਟਿਕ ਦਾ ਆਰਟ ਆ ਗਿਆ ਨਾ ਪੈਨਸਲ ਸ਼ੇਪ ਕਰਕੇ ਫੁੱਲ ਬਣਾਉਣੇ ਨੇ ਬੱਚਿਆਂ ਨੇ ਪੈਨਸਲ ਦੀ ਕਿ ਆਰਟ ਦੀ ਕਿਤਾਬ ਹੈ ਇਹਨੂੰ ਸਾਰਾ ਆਰਟ ਦਾ ਕੰਮ ਵੀ ਕਰਾਤਾ ਬੱਚੇ ਨੂੰ ਆਪਾਂ ਕਈ ਵਾਰੀ ਕਾਟਨ ਦਾ ਕੰਮ ਕਰਾਉਂਦੇ ਉਹਨੂੰ ਕਦੇ ਕਾਟਨ ਨਾਲ ਦੀ ਜੋੜ ਨਹੀਂ ਸਿਖਾਉਣੀ ਹੈ ਫਿਰ ਆਪਾਂ ਐਂ ਕਰੀਏ ਵੀ ਕਾਟਨ ਲੈ ਕੇ ਚੌਰਸਾ ਬਣਾ ਦੋ ਜਸਟ ਆਪਾਂ ਬੱਚਿਆਂ ਨੂੰ ਆਪਣੇ ਵੱਲ ਨੂੰ ਲੈ ਕੇ ਆਈ ਨਾ ਆਪਣੇ ਕਲਚਰ ਵੱਲ ਨੂੰ ਸੋ ਇਸੇ ਪੈਟਰਨ ਦੀ ਇੱਕ ਕਿਤਾਬ ਹੋ ਰਿਹਾ ਹੈ ਥੋੜੇ ਜਿਹੇ ਵੱਡੇ ਬੱਚਿਆਂ ਲਈ ਥੋੜੀ ਬਰੀਕੀ ਦੀ ਡਰਾਇੰਗ ਹੈ ਅੱਛਾ ਇਸ ਤੋਂ ਬਾਅਦ ਸਕ੍ਰੈਪ ਬੁੱਕ ਵੀ ਤੁਹਾਨੂੰ ਪਤਾ ਤੁਸੀਂ ਸਕ੍ਰੈਪ ਦਾ ਕੰਮ ਕਰਵਾਉਂਦੇ ਹੋ ਬੱਚਿਆਂ ਨੂੰ ਹੁਣ ਆ ਟੌਪਿਕਸ ਗੁੱਡ ਹੈਬਿਟਸ ਹੈ ਐਂਡ ਦੇ ਉੱਤੇ ਗੁੱਡ ਹੈਬਿਟਸ ਦਿੱਤੀਆਂ ਹੋਈਆਂ ਠੀਕ ਹੈ ਨਾ ਉੱਥੋਂ ਬੱਚਿਆਂ ਨੇ ਕੱਟ ਕੇ ਇੱਥੇ ਪੇਸਟ ਕਰ ਹੁਣ ਗੁੱਡ ਹੈਬਿਟਸ ਵੀ ਕਿਹੜੀਆਂ ਨੇ ਤੁਹਾਨੂੰ ਬਾਜ਼ਾਰ ਚੋਂ ਕਦੀ ਨਹੀਂ ਮਿਲਣੀਆਂ ਸਵੇਰ ਉੱਠ ਕੇ ਉਹਦੇ ਪ੍ਰਮਾਤਮਾ ਨੂੰ ਯਾਦ ਕਰਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚੌਰ ਕਰਨਾ ਇਸ਼ਨਾਨ ਕਰਦੇ ਸਮੇਂ ਆਪਣੇ ਘਰ ਨੂੰ ਸੰਭਾਲ ਕੇ ਰੱਖਣਾ ਕੀਰਤਨ ਕਰਨਾ ਸੋ ਗੁੱਡ ਹੈਬਿਟਸ ਫਿਰ ਆ ਗਿਆ ਤੁਹਾਡਾ ਸਟੱਡੀ ਰੂਮ ਪਲੇਗਰਾਉਂਡ ਕਿਚਨ ਆ ਗਈ ਕਲਾਸਰੂਮ ਸੀਨ ਆ ਗਿਆ ਓਕੇ ਸਾਰੀ ਸ਼ੌਰੀ ਨੂੰ ਪੜ੍ਹਾ ਰਹੇ ਹੈਲਦੀ ਫੂਡਸ ਫਿਰ ਚੈਪਟਰ ਗੁਰਦੁਆਰਾ ਸਾਹਿਬ ਦੀ ਮੁੱਢਲੀਆਂ ਲੋੜਾਂ ਗੁਰਦੁਆਰੇ 'ਚ ਕੀ ਚਾਹੀਦਾ ਫਿਰ ਚੈਪਟਰ ਆ ਗਿਆ ਲੰਗਰ 'ਚ ਕੀ ਚਾਹੀਦਾ ਹੈ ਨਾ ਫਿਰ aquatic ਐਨੀਮਲਸ ਕਿਹੜੇ ਨੇ ਸੋ ਅੰਮ੍ਰਿਤ ਛਕਾਉਣ ਲਈ ਕੀ ਚਾਹੀਦਾ ਅਸੀਂ ਉਹਨੂੰ ਅਮਲਗਾਮੇਸ਼ਨ ਕਰਕੇ ਆਪਣਾ ਕਲਚਰ ਇਹਦੇ ਵਿੱਚ ਹਾਂਜੀ ਉਹਨੂੰ ਬੱਚਿਆਂ ਨੂੰ ਦਿੱਤਾ ਇਹ ਵੀ ਦੋ ਭਾਗਾਂ ਦੇ ਵਿੱਚ ਹੈਗੀ ਹੈ ਸਕ੍ਰੈਪ ਬੁੱਕ ਉਸ ਤੋਂ ਬਾਅਦ ਜਿਹੜੀਆਂ ਮੈਂ ਤੁਹਾਨੂੰ ਅਸਲੇਖ ਮਾਲਾਵਾਂ ਦਿਖਾਈਆਂ ਨੇ ਉਹੀ ਚੈਪਟਰ ਇੱਕ ਵਾਰੀ ਹੋਰ ਆਉਣਗੇ ਬਟ ਹੁਣ ਇਹ ਐਕਟੀਵਿਟੀ ਹੋਰ ਹੋਊਗੀ ਇਹਦੇ ਵਿੱਚ ਕੀ ਹੈ ਬੱਚੇ ਨੇ ਰੰਗ ਭਰਨਾ ਉਹੀ ਚੈਪਟਰ ਜਿਹੜਾ ਪਿੱਛੇ ਆਇਆ ਸੀ ਉੱਥੇ ਬੱਚੇ ਨੇ ਕੀ ਕੀਤਾ ਸੀ ਗੁਰਬਾਣੀ ਲਿਖੀ ਸੀ ਹੁਣ ਇੱਥੇ ਉਹਨੇ ਉਸ ਤਸਵੀਰ ਉਸ ਇਲਸਟ੍ਰੇਸ਼ਨ ਨੂੰ ਰੰਗ ਭਰਨਾ ਹੈ ਬੱਚਾ ਅੱਧਾ ਘੰਟਾ ਲਾ ਕੇ ਰੰਗ ਭਰ ਰਿਹਾ ਉਸੇ ਕੇਲੇ ਸੇ ਤੇ ਰੰਗ ਭਰ ਰਿਹਾ ਇੱਕ ਆਈਡੀਆ ਤੇ ਰੰਗ ਭਰਦਾ ਪਿਆ ਉਹਦੇ ਬੈਕ ਬ੍ਰੈਸਟ ਉਹੀ ਕਰਨ ਆਉਣੀਆਂ ਸਾਰੀ ਹੈ ਨਾ ਇਸ਼ਨਾਨ ਕਰਨ ਸਮੇਂ ਚਿਹਰੇ ਦੀ ਸੁੰਦਰਤਾ ਚੱਕਣ ਸਮੇਂ ਖਾਣਾ ਖਾਣ ਸਮੇਂ ਐਂਡ ਸੋ ਔਨ ਇਹ ਉਹੀ ਚਾਰ ਕਿਤਾਬਾਂ ਨੇ ਇਹਨਾਂ ਦੇ ਵਿੱਚ ਬੱਚੇ ਨੇ ਕਲਰਿੰਗ ਕਰਨੀ ਹੈ ਹਰ ਚੈਪਟਰ ਦੇ ਉੱਤੇ ਇੰਗਲਿਸ਼ ਦੇ ਵਿੱਚ ਗੁਰਬਾਣੀ ਦਾ ਮੀਨਿੰਗ ਨਾਲ ਸਮਝਾਇਆ ਹੋਇਆ ਉਹਨਾਂ ਕਿਤਾਬਾਂ 'ਚ ਪੰਜਾਬੀ ਸਮਝਾਇਆ ਅੱਛਾ ਹੁਣ ਆਹ ਕਿਤਾਬਾਂ ਨੇ ਇਹ ਕਿਤਾਬਾਂ ਵੱਡੇ ਬੱਚਿਆਂ ਦੀਆਂ 6th ਔਨਵਰਡ ਉਹੀ ਚੈਪਟਰ ਦੁਬਾਰਾ ਆਉਣਗੇ ਤੀਸਰੀ ਵਾਰੀ ਜਿਹਦੇ ਪਹਿਲੀ ਵਾਰ ਰਾਈਟਿੰਗ ਕਰਾਈ ਦੂਜੀ ਵਾਰ ਕੀ ਕਰਾਇਆ ਕਲਰ ਹੁਣ ਕੀ ਕਰਾਉਣਾ ਫਿਰ ਵਾਟਰ ਮਾਰਕ ਬਣਿਆ ਹੋਇਆ ਬੱਚੇ ਨੂੰ ਪੈਨਸਿਲ ਦਾ ਕੰਮ ਵੀ ਕਰਾਉਣਾ ਬੱਚੇ ਨੂੰ ਸ਼ੌਕ ਹੁੰਦਾ ਸਕੈਚਿੰਗ ਦਾ ਹੁਣ ਬੱਚੇ ਤੇ ਸਕੈਚਿੰਗ ਕਰਦੇ ਹੁਣ ਥੋੜਾ ਫਾਈਨ ਆਰਟ ਹੋ ਗਿਆ ਨਾਲ ਇੱਧਰਲੇ ਪਾਸੇ ਗੁਰਬਾਣੀ ਦੀ ਪੰਜਾਬੀ ਸਰਲ ਵਿਆਖਿਆ ਇੰਗਲਿਸ਼ ਵਿਆਖਿਆ ਦਿੱਤੀ ਹੋਈ ਹੈ ਤੇ ਬੱਚੇ ਨੂੰ ਕਹਿਣਾ ਵੀ ਇਸ ਪੇਜ ਤੇ ਆਪ 100 ਸ਼ਬਦਾਂ 'ਚ ਇਸ ਗੱਲ ਨੂੰ ਖੋਲ ਕੇ ਲਿਖ ਦੇ ਅੰਗਰੇਜ਼ੀ 'ਚ ਲਿਖ ਦੇ ਪੰਜਾਬੀ 'ਚ ਲਿਖ ਦੇ ਜਿੱਦਾਂ ਮਰਜ਼ੀ ਲਿਖ ਦੇ ਆ ਇੱਕ ਫॉर ਐਗਜ਼ਾਮਪਲ ਸੋਲਵ ਕੀਤਾ ਹੈ ਬਾਕੀ ਦੇ ਖਾਲੀ ਪਹਿਲਾ ਚੈਪਟਰ ਫॉर ਐਗਜ਼ਾਮਪਲ ਸੋਲਵਡ ਹੈ ਅਗਲੇ ਚੈਪਟਰ ਖਾਲੀ ਹੁਣ ਇੱਥੇ ਬੱਚਿਆਂ ਨੇ ਉਹਦੀ ਵਿਆਖਿਆ ਕਰਨੀ ਹੁਣ ਕੀ ਹੋਊਗਾ ਸੋਚੋ ਤੁਸੀਂ ਉਹੀ 120 ਸਮੇਂ ਉੱਠਣ ਸਮੇਂ ਖਾਣਾ ਖਾਣ ਸਮੇਂ ਪਾਣੀ ਪੀਣ ਸਮੇਂ ਧੋਖਾ ਹੋ ਜਾਣ ਸਮੇਂ ਧੋਖਾ ਹੋ ਜਾਂਦੇ ਡਰ ਸਮੇਂ ਨਿੰਦਿਆ ਸਮੇਂ ਹੈ ਨਾ ਦੁੱਖ ਤਕਲੀਫ ਸਮੇਂ ਵਿਆਹ ਸਮੇਂ ਤੁਹਾਡੀ ਸਾਈਕੋਲੋਜੀ ਕੀ ਹੋਣੀ ਚਾਹੀਦੀ ਬੱਚਾ ਉਹਦੀ ਵਿਆਖਿਆ ਲਿਖੇ
120 ਸਫ਼ਿਆਂ ਤੇ ਤੁਸੀਂ ਉਹਨੂੰ ਇੰਸਪਾਇਰ ਕਰਕੇ ਸਮਝਾ ਕੇ ਗੱਲ ਖਾਨੇ ਪਾ ਕੇ 100 ਸ਼ਬਦਾਂ ਨੂੰ ਜੇ ਲਿਖਵਾ ਲਵੋਗੇ ਫਿਰ ਕੀ ਹੋਊਗਾ ਭਲਾ ਕੀ ਹੋਊਗਾ ਉਸ ਸਮਝ ਪੈ ਜਾਏਗਾ ਉਸ ਤਰ੍ਹਾਂ ਕੀ ਕਰਨਾ ਗੁਰੂ ਸਾਹਿਬ ਨੇ ਕੀ ਦੱਸਿਆ। ਹਾਂ ਉਹਨੂੰ ਸਮਝ ਵੀ ਆਜੂ ਤੇ ਬੱਚਾ ਕਿਸੇ ਕਥਾਵਾਚ ਤੋਂ ਘੱਟ ਨਹੀਂ ਰਹਿ ਜਾਊਗਾ। ਉਹਨੂੰ 120 ਵਿਸ਼ਿਆਂ ਦੀ ਵਿਆਖਿਆ ਲਿਖੀ ਹੈ ਉਹਨੇ 120 ਵਿਸ਼ਿਆਂ ਉੱਤੇ ਵਿਆਖਿਆ ਲਿਖੀ ਹੈ। 120 ਵਿਸ਼ਿਆਂ ਦੀਆਂ ਪੰਕਤੀਆਂ ਉਹਨੇ ਕੱਟ ਕਰ ਲਈਆਂ, ਪਹਿਲਾਂ ਲਿਖੀਆਂ ਸੀ ਫਿਰ ਰੰਗ ਭਰੇ ਸੀ, ਹੁਣ ਆਰਟ ਵਰਕ ਵੀ ਕਰ ਲਿਆ ਤੇ ਉਹਦੀ ਵਿਆਖਿਆ ਵੀ ਕਰਤੀ। ਕਿਉਂਕਿ ਇੰਨਾ ਤਾਂ ਆਪਾਂ ਨੂੰ ਨਹੀਂ ਆਉਂਦਾ ਹੁੰਦਾ, ਜੇ ਇੰਨਾ ਆ ਗਿਆ ਫਿਰ ਸਮਝ ਲਓ ਜੀਵਨ ਬਣ ਗਿਆ, ਇਹ ਹੀਰਾ ਬਣ ਗਿਆ, ਘੜਿਆ ਗਿਆ। ਜਿਹੜਾ ਆਪਾਂ ਕੇਲਾ ਖਾਂਦਾ, ਸਾਈਕਲ ਚਲਾਉਂਦਾ ਹੈ, ਕੱਪੜੇ ਤੋਂ ਉਹ ਪੰਜਾਬੀ ਦੱਸੋ ਸਾਡਾ ਕੀ ਸਵਾਦ ਹੈ। ਸੋ ਇੱਕ ਡਿਫਰੈਂਟ ਟੰਗ ਹੈ। ਇਸ ਤੋਂ ਬਿਨਾਂ ਲਾਸਟ ਦੋ ਕਿਤਾਬਾਂ ਨੇ ਹਿਸਟਰੀ ਕਾਰਡ ਨੇ, ਇਹ ਇਤਿਹਾਸ ਦਾ ਪੱਖ ਹੈ। ਅਸੀਂ ਆਪਣੇ ਇਤਿਹਾਸ ਦੀਆਂ 40 ਪਰਸਨੈਲਿਟੀਜ਼ ਜਾਂ 40 ਕਾਰਡ ਇਹਨਾਂ ਕਿਤਾਬਾਂ ਦਿੱਤੇ ਨੇ। ਸੋ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਇੰਗਲਿਸ਼ ਦੇ ਵਿੱਚ ਹੈ ਤੇ ਪੰਜਾਬੀ ਵਰਜ਼ਨ ਵੀ ਹੈ। ਸੰਖੇਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਦੀ ਜਾਣਕਾਰੀ, ਉਹਨਾਂ ਦਾ ਜਨਮ, ਉਹਨਾਂ ਦਾ ਜੋਤੀ ਜੋਤ, ਬੱਚੇ, ਵਾਈਫ ਤੇ ਉਹਨਾਂ ਦੇ ਸੰਖੇਪ ਵਿੱਚ ਕੰਮ ਸਾਰੇ ਗੁਰੂ ਸਾਹਿਬਾਨ ਦੇ ਆਉਣਗੇ। ਠੀਕ ਹੈ ਜੀ, ਸਾਰੇ ਗੁਰੂ ਸਾਹਿਬਾਨ ਦੇ ਆਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਆ ਗਏ, ਫਿਰ 5 ਪਿਆਰੇ ਆ ਜਾਣਗੇ, ਹੈ ਨਾ, 4 ਸਾਹਿਬਜ਼ਾਦੇ ਆ ਜਾਣਗੇ। ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਦੇ ਉੱਤੇ ਇੱਕ ਸਾਖੀ ਆ ਜਾਵੇ। ਸੋ ਸੰਖੇਪ ਦੇ ਵਿੱਚ ਫਿਰ ਦਰਬਾਰ ਸਾਹਿਬ ਆ ਗਿਆ, ਹੁਣ 5 ਤਖਤ ਆਉਣਗੇ, ਹੈ ਨਾ, 5 ਤਖਤ ਤੋਂ ਬਾਅਦ ਫਿਰ ਹੁਣ ਸਾਰੇ ਗੁਰੂ ਸਾਹਿਬਾਨ ਦੀ ਇੱਕ ਸਾਖੀ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਪ੍ਰੇਰਨਾ ਮਿਲੀ, ਹੈ ਨਾ, ਕਿਤਾਬ ਇਹਦੇ ਵਿੱਚ ਆ ਗਈ। ਨਵੀਂ ਕਿਤਾਬ ਹੋਈ ਫਿਰ ਸਾਡੇ ਸਾਕੇ, ਹਾਂਜੀ, ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਠੀਕ ਹੈ ਨਾ, ਉਹਨਾਂ ਦੇ ਬਾਰੇ ਸੰਖੇਪ ਜਾਣਕਾਰੀ, ਨਕਾਰਾ ਮੋਰਚਾ। ਠੀਕ ਹੈ, ਤੇ ਇਸ ਤਰ੍ਹਾਂ ਦੀ ਕਿਤਾਬ। ਅਗਲੀ ਕਿਤਾਬ ਜਿਹੜੀ ਹੈਗੀ ਹੈ ਗੁਰੂ ਸਾਹਿਬਾਨ ਤੋਂ ਨਾਲ ਹੋਰ ਸਿੱਖਾਂ ਦੇ ਜੀਵਨ ਨੇ, ਮਾਤਾ ਖੀਵੀ ਜੀ ਆ ਗਏ, ਬਾਬਾ ਬੁੱਢਾ ਜੀ ਆ ਗਏ, ਭਾਈ ਗੁਰਦਾਸ ਜੀ, ਹੈ ਨਾ, ਸਾਈਂ ਮੀਆਂ ਮੀਰ ਜੀ, ਭਾਈ ਮਤੀ ਦਾਸ ਜੀ, ਭਾਈ ਜੈਤਾ ਜੀ, ਭਾਈ ਕਨ੍ਹਈਆ ਜੀ, ਹਾਂਜੀ, ਫਿਰ ਪੀਰ ਬੁੱਧੂ ਸ਼ਾਹ, ਫਿਰ ਮੋਤੀ ਮਹਿਰਾ ਜੀ, ਦੀਵਾਨ ਟੋਡਰਮਲ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਹੈ ਨਾ, ਸਾਰਾ ਇਤਿਹਾਸ ਅਸੀਂ ਇਹਦੇ ਵਿੱਚ ਤੁਹਾਡਾ ਜੋ ਗੱਲ ਕਰ ਰਹੀ ਸੀ ਦਿਸ ਇਜ਼ ਐਗਜ਼ੈਕਟਲੀ ਵਾਟ ਆਈ ਵਾਂਟ। ਸੋ ਸਾਰਾ ਕੁਛ ਸੁੱਖਾ ਸਿੰਘ, ਮਹਿਤਾਬ ਸਿੰਘ, ਬਘੇਲ ਸਿੰਘ, ਸੰਗਰਾਮ ਗੜੀਆ ਤੇ ਬਹੁਤ ਸਾਰਾ ਅਸੀਂ ਭੁੱਲ ਚੁੱਕੇ। ਅੱਛਾ ਆਹ ਦੇਖੋ, ਕਈ ਗੱਲਾਂ ਅਸੀਂ ਦੇਖੋਗੇ ਉਹ ਚੀਜ਼ਾਂ ਸਾਹਮਣੇ ਲੈ ਕੇ ਆਈਆਂ, ਅਸੀਂ ਬਿਲਕੁਲ ਵਿਸਾਰ ਚੁੱਕੇ ਹਾਂ। ਆਹ ਕੌਣ ਨੇ ਪਛਾਣ ਲਿਆ? ਇਹ ਭਾਈ ਮਹਾਰਾਜ ਸਿੰਘ, ਇਹ ਉਹ ਸ਼ਖਸੀਅਤ ਹੈ ਜਿਹਨੇ ਅੰਗਰੇਜ਼ਾਂ ਦੇ ਨਾਲ 1848 ਦਾ ਜੰਗ, ਬਹੁਤ ਵੱਡਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਆਖਰੀ ਜੰਗ ਸੀ ਜਿਹੜਾ ਲੜਿਆ ਸੀ। ਇਹ ਉਹੀ ਜੰਗ ਹੈ ਜਿਹਦਾ ਤੁਸੀਂ ਕਈ ਵਾਰੀ ਸੁਣਦੇ ਹੋਵੋਗੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਆਉਂਦੀਆਂ ਮਾਰੀਆਂ ਨੇ, ਹੈ ਨਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਉਸ ਜੰਗ ਦੀ ਅਗਵਾਈ ਇਹਨਾਂ ਨੇ ਕੀਤੀ ਸੀ। ਔਰ ਸਾਡੀਆਂ ਸਾਰੀਆਂ ਕਿਤਾਬਾਂ ਇਹ ਪੜ੍ਹਾਉਂਦੀਆਂ ਨੇ ਕਿ ਆਜ਼ਾਦੀ ਦਾ ਪਹਿਲਾ ਦਿਨ 1857 ਈਸਵੀ 'ਚ ਹੁੰਦਾ ਹੈ ਨਾ, ਰਾਣੀ ਝਾਂਸੀ ਵਾਲਾ ਫਸਟ ਵੋਟ ਰੈਵੋਲੂਸ਼ਨ ਦਾ ਪੜ੍ਹਾਇਆ ਜਾਂਦਾ, ਜਦ ਕਿ ਇਹ ਜੰਗ ਉਹ ਤੋਂ 9 ਸਾਲ ਪਹਿਲਾਂ ਹੁੰਦੀ ਹੈ। ਇਹ ਜੰਗ ਕਿਉਂ ਨਹੀਂ ਪੜ੍ਹਾਈ ਜਾਂਦੀ? ਇਹ ਕਿਉਂ ਆਜ਼ਾਦੀ ਦੀ ਜੰਗ ਨਹੀਂ ਹੈਗੀ? ਜਿੱਥੇ ਅੰਗਰੇਜ਼ ਕਹਿੰਦਾ ਵੀ ਸਾਨੂੰ ਇੰਨੀ ਮਾਰ ਮਾਰੀ ਕਿ ਸ਼ਾਹ ਮੁਹੰਮਦ ਜੀ ਕਹਿੰਦਾ ਸ਼ਾਹ ਮੁਹੰਮਦ ਦਾ ਵਾਂਗ ਨਿੰਬੂਆਂ ਨਿਚੋੜ ਸੁੱਟੇ, ਕਹਿੰਦੇ ਇੱਦਾਂ ਗੋਰਿਆਂ ਨੂੰ ਸਿੰਘਾਂ ਨੇ ਅੱਗੇ ਭੜਤੂ ਪਾਏ ਕਿ ਬੜੀ ਬੁਰੀ ਤਰ੍ਹਾਂ ਲਤਾੜੇ, ਹੈ ਨਾ, ਕੱਟੇ ਵੱਡੇ ਹੋ। ਪਰ ਉਹ ਜੰਗ ਨੂੰ ਸਟਰਗਲ ਨਹੀਂ ਮੰਨਦੇ। ਕਾਹਤੇ ਨਹੀਂ ਮੰਨਦੇ? ਕਿਉਂਕਿ ਅਸੀਂ ਉਹ ਨਹੀਂ ਮੰਨਦੇ, ਅਸੀਂ ਉਹ ਨਹੀਂ ਮੰਨਦੇ, ਅਸੀਂ ਉਹ ਨਹੀਂ ਪੜ੍ਹਾਉਂਦੇ, ਉਹ ਕਿਉਂ ਮੰਨਣ? ਠੀਕ ਹੈ ਨਾ, ਇਹ ਕੰਮ ਕਰਨ ਵਾਲਾ ਸੀ। ਕੂਕਾ ਰਾਮ ਸਿੰਘ ਦੀ ਵੀ ਕੁਰਬਾਨੀ ਹੈ, ਸਾਰਾ ਗੜੀ ਦਾ ਮੋਰਚਾ ਸਾਰਿਆਂ ਨੇ ਸੁਣਿਆ ਹੋਣਾ, ਹੈ ਨਾ, ਗਿਆਨੀ ਜਿੱਤ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਡਾਕਟਰ ਸਾਹਿਬ ਸਿੰਘ, ਕਰਤਾਰ ਸਿੰਘ ਸਰਾਭਾ, ਹਾਂਜੀ। ਉਸ ਤੋਂ ਬਾਅਦ ਫਿਰ ਸਟਰਗਲ ਦੀ ਮੂਵਮੈਂਟ, ਜਲਿਆਂਵਾਲਾ ਬਾਗ ਦਾ ਮੋਰਚਾ, ਇਹ ਪਹਿਲਾ ਵਿਕਟੋਰੀਆ ਕਰਾਸ ਇਹਨਾਂ ਨੂੰ ਮਿਲਿਆ ਸੀ, ਸਾਨੂੰ ਨਹੀਂ ਪਤਾ ਹੋਣਾ, ਬਾਬਾ ਈਸ਼ਰ ਸਿੰਘ, ਹੈ ਨਾ, ਇਹਨਾਂ ਨੂੰ ਫਸਟ ਵਿਕਟੋਰੀਆ ਕਰਾਸ ਇਹਨਾਂ ਨੂੰ ਮਿਲਿਆ ਸੀਗਾ। ਆਹ ਕੌਣ ਨੇ? ਦੇਖੋ ਕਿਸ਼ਨ ਸਿੰਘ ਗੜਕਾਜੀ ਨੇ ਬੱਬਰ ਕਾਲੀ ਲਹਿਰ ਇਹਨਾਂ ਨੇ ਸ਼ੁਰੂ ਕੀਤੀ ਸੀਗੀ, ਤੇ ਸਾਨੂੰ ਅਸੀਂ ਭੁੱਲ ਭੱਲ ਕੇ ਇਹਨਾਂ ਦੀਆਂ ਤਸਵੀਰਾਂ ਨੂੰ, ਜਿਹੜਾ ਕਿੰਨੀ ਵੱਡੀ ਮੂਵਮੈਂਟ ਸੀ। ਭਗਤ ਸਿੰਘ ਹੋ ਗਿਆ, ਉਦਮ ਸਿੰਘ ਹੋ ਗਏ। ਆਹ ਕੌਣ ਨੇ? ਇਹ ਜਰਨਲ ਮੋਹਨ ਸਿੰਘ, ਹੈ ਨਾ,
ਇਹਨਾਂ ਨੇ ਸਿੰਗਾਪੁਰ ਤੋਂ ਕਾਲ ਦਿੱਤੀ ਸੀ ਕਿ ਮੈਂ ਭਾਰਤੀ